ਲੜੀਵਾਰ ਕਥਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਮਸ਼ਾਨ ਭੂਮੀ 'ਚ ਬੈਠੇ ਨੇ। ਭਾਈ ਭਗੀਰਥ ਤੇ ਮਨਸੁਖ ਜੀ ਗੁਰਦੇਵ ਦੇ ਚਰਨਾਂ 'ਚ ਹਨ। ਭਾਈ ਮਨਸੁਖ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਤੁਸੀਂ ਸਿੰਗਲਾ ਦੀਪ ਦੇ ਟਾਪੂ ਤੇ ਜਾ ਰਹੇ ਹੋ, ਗੁਰਬਾਣੀ ਪੜ੍ਹਨੀ ਹੈ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੋਜ਼ਾਨਾ ਅਰਦਾਸ ਕਰਨੀ ਹੈ, ਉਹ ਦੇਗ ਸਾਰਿਆਂ 'ਚ ਵਰਤਾਉਣੀ ਹੈ, ਸ਼ਾਮ ਦੇ ਸਮੇਂ ਫਿਰ ਗੁਰਬਾਣੀ ਪੜ੍ਹਨੀ ਹੈ। ਭਾਈ ਮਨਸੁਖ ਜੀ ਨੂੰ ਟੋਰਿਆ। ਫਿਰ ਭਾਈ ਭਗੀਰਥ ਜੀ ਨੂੰ ਕਿਹਾ ਕਿ ਤੁਸੀਂ ਵੀ ਚਲੇ ਜਾਓ ਆਪਣੇ ਨਗਰ ਮਲਸੀਹਾਂ, ਜਾ ਕੇ ਭਜਨ ਕਰੋ, ਬਾਣੀ ਪੜ੍ਹੋ, ਸਿਮਰਨ ਕਰੋ। ਆਪ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਕਾਂਤ ਵਿੱਚ ਸ਼ਮਸ਼ਾਨ ਭੂਮੀ ਵਿੱਚ ਬੈਠੇ ਨੇ, ਨੇਤਰ ਮੁੰਦੇ ਹੋਏ ਨੇ, ਸਮਾਧੀ ਵਿੱਚ ਸਥਿਤ ਨੇ। ਸਮਾਧੀ 'ਚ ਟਿਕੇ ਹੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸੋਹਣੇ ਸਰੂਪ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਗੁਰੂਦੇਵ ਦੇ ਪਵਿੱਤਰ ਚਰਨਾਂ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰਾਜ ਛੰਦ ਮਰਾਲ ਬਾਹਿਨੀ ਕਿਰਪਾਲ ਹੱਥ ਜੋਰ ਬੰਦਨਾ। ਬਾਣੀ ਦਾ ਮੰਗਲਾਚਰਨ ਕਰਦੇ ਹੈ। ਉਜਵਲ ਸਵੇਤ ਰੰਗ ਵਾਲੀ ਗੁਰਬਾਣੀ ਜੋ ਹੈ ਗੁਰੂ ਖਾਲਸਾ ਜੀ, ਇਹ ਉਜਵਲ ਰੰਗ ਵਾਲੀ ਤਾਂ ਕਹੀ ਹੈ ਕਿ ਜਿਹੜਾ ਗੁਰਬਾਣੀ ਦਾ ਅਭਿਆਸ ਕਰਦਾ ਉਹਦਾ ਹਿਰਦਾ ਉਜਵਲ ਹੋ ਜਾਂਦਾ ਹੈ। ਸੁਧਾ ਸੀ ਤਰੰਗਨੀ ਹੈ ਰੋਗ ਭ੍ਰਮ ਭੰਗਨੀ ਸੀ, ਕਿਦੋ ਅਵਤੰਸਨੀ ਮਹਾਨ ਮਨ ਮਾਨੀ ਹੈ। ਇਹ ਐਸੀ ਬਾਣੀ ਹੈ ਸਤਿਗੁਰਾਂ ਦੀ। ਔਰ ਕਿਰਪਾਲ ਹਾਥ, ਐਸੇ ਸਾਹਿਬ ਜੀ ਦੇ ਪਾਵਨ ਸਰੂਪ ਦੀ ਬਾਣੀ ਨੂੰ ਮੇਰੀ ਹੱਥ ਜੋੜ ਕੇ ਵੰਦਨਾ ਹੈ। ਕਹੋ ਕਥਾ ਵਿਚਾਰ ਚਾਰੂ ਤੀਨ ਤਾਪ ਕੰਦਨਾ। ਬਾਣੀ ਨੂੰ ਨਮਸਕਾਰ ਕਰਕੇ ਵੰਦਨਾ ਕਰਕੇ ਮੈਂ ਸਤਿਗੁਰਾਂ ਦੀ ਪਵਿੱਤਰ ਸੋਹਣੀ ਕਥਾ ਵਿਚਾਰ ਕੇ ਕਹਿੰਦਾ ਹਾਂ, ਜਿਸ ਕਥਾ ਨੂੰ ਸੁਣ ਕੇ ਤਿੰਨਾਂ ਤਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ, ਤਿੰਨਾਂ ਤਾਪਾਂ ਦਾ ਨਿਵਾਰਨ ਹੋ ਜਾਂਦਾ ਹੈ। ਧਿਆਨ ਤਾਰ ਬਾਰ ਬਾਰ ਸਾਰ ਦਾ ਸਰੂਪ ਕੋ। ਕਹਿੰਦੇ ਐਸੇ ਸੋਹਣੇ ਸਰੂਪ ਨੂੰ, ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਬਾਣੀ ਨੂੰ, ਤਿਸ ਦਾ ਧਿਆਨ ਧਾਰਨ ਕਰਕੇ ਮੈਂ ਬਾਰ-ਬਾਰ ਵੰਦਨਾ ਕਰਦਾ ਹਾਂ। ਸੋ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ। ਇਹ ਗੁਰਬਾਣੀ ਦੀ ਕਿਰਪਾ ਪ੍ਰਾਪਤ ਹੋ ਜਾਵੇ, ਬਾਣੀ ਦੀ ਦਇਆ ਵਰਤ ਜਾਵੇ, ਸਤਿਗੁਰਾਂ ਦੀ ਦਇਆ ਵਰਤ ਜਾਵੇ ਤੇ ਸ੍ਰੇਸ਼ਟ ਬੁੱਧੀ ਪ੍ਰਾਪਤ ਹੁੰਦੀ ਹੈ। ਬਿਨਾਂ ਗੁਰੂ ਦੀ ਕਿਰਪਾ ਤੋਂ ਸੇਮੁਖੀ ਨਹੀਂ ਹੁੰਦੀ। ਸੇਮੁਖੀ ਦਾ ਮਤਲਬ ਹੁੰਦਾ ਸ੍ਰੇਸ਼ਟ ਬੁੱਧੀ। ਚੰਗੀ ਮੱਤ ਜਿਹੜੀ ਹੈ ਨਾ, ਉਹ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਉਹਨਾਂ ਨੂੰ ਸ੍ਰੇਸ਼ਟ ਮੱਤ, ਕਵਿਤਾ ਕਹਿਣ ਵਾਲੀ ਜਿਹੜੀ ਉਚਰੀ ਮੱਤ, ਸਿਆਣੀ ਮੱਤ ਹੈ, ਉਹ ਪ੍ਰਾਪਤ ਹੋ ਜਾਂਦੀ ਹੈ। ਸ਼੍ਰੀ ਬਾਲਾ ਸੰਧੂ ਆਚ ਦੋਹਰਾ ਬਾਕੀ ਸ਼ਿਰ ਗੁਰ ਕੀ ਜਿਤੀ ਮੂਲੇ ਸ਼ਰੁਤ ਸੁਨ ਸੋਏ। ਇਧਰ ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ, ਜਦੋਂ ਉਹਨਾਂ ਨੇ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਮੋਦੀ ਖਾਨੇ ਦੇ ਹਿਸਾਬ ਕਿਤਾਬ ਚੋਂ 740 ਰੁਪਈਏ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵਧੇ ਨੇ, 760 ਰੁਪਈਏ, ਤਾਂ ਬਾਬੇ ਮੂਲ ਚੰਦ ਦੇ ਮਨ 'ਚ ਇੱਛਾ ਹੋਈ ਵੀ ਉਹ ਪੈਸੇ ਲੈ ਕੇ ਤੇ ਮੈਂ ਆਪਣੀ ਧੀ ਸੁਲੱਖਣੀ ਨੂੰ ਦੇ ਦਿਆਂ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤਾਂ ਨਵਾਬ ਦੌਲਤ ਖਾਨ ਨੂੰ ਕਹਿ ਆਏ ਸੀ ਕਿ ਇਹ ਪੈਸੇ ਖੁਦਾ ਦੇ ਨੇ, ਤੂੰ ਖੁਦਾ ਦੇ ਫਕੀਰਾਂ 'ਚ ਵੰਡ ਦੇ। ਬਾਬੇ ਮੂਲ ਚੰਦ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ, ਤਾਂ ਉਹ ਉਸ ਵਕਤ ਤੋਂ ਜਿੰਨੇ 760 ਰੁਪਈਏ ਵਧੇ ਹੋਏ ਸਨ, ਲੈਨ ਹਿਤ ਤਿਨ ਕੇ ਤਬੇ
ਗਇਓ ਲੋਭ ਮੈਂ ਹੋਏ। ਲਾਲਚ ਵਸ ਹੋ ਕੇ ਕਿ ਇਹ ਪੈਸੇ ਮੈਂ ਲੈ ਕੇ ਆਪਣੀ ਧੀ ਨੂੰ ਦੇ ਦਿਆਂ। ਬਾਬਾ ਮੂਲ ਚੰਦ ਜੀ ਉਸ ਵਕਤ ਨਵਾਬ ਦੌਲਤ ਖਾਨ ਦੇ ਕੋਲ ਗਏ। ਨਰਾਜ ਚੰਦ ਗਇਓ ਸਮੂਲ ਚੰਦ ਪੂਲ ਭੇਦ ਨਾਏ ਜਾਨੀਆਂ। ਬਾਬਾ ਮੂਲ ਚੰਦ ਜੀ ਭੁੱਲੇ ਹੋਏ ਨੇ, ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਭੇਦ ਨਹੀਂ ਜਾਣਿਆ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਨਹੀਂ ਜਾਣੀ। ਪੁਕਾਰ ਕੈ ਨਿਬਾਬ ਪਾਸ ਬੈਨਿਓ ਬਖਾਨੀਆਂ। ਨਵਾਬ ਦੇ ਸਨਮੁਖ ਬਾਬਾ ਮੂਲ ਚੰਦ ਜੀ ਨੇ ਆ ਕੇ ਇੱਕ ਪ੍ਰਕਾਰ ਨਾਲ ਪੁਕਾਰ ਕੀਤੀ, ਜਿਵੇਂ ਬਾਦਸ਼ਾਹਾਂ ਦੇ ਕੋਲ ਪੁਕਾਰਾਂ ਕਰਦੇ ਆ ਜਿਹੜੇ ਦਰਦਬੰਦ ਲੋਕ ਹੁੰਦੇ ਆ, ਜਿਨ੍ਹਾਂ ਨੂੰ ਕੋਈ ਤਕਲੀਫ ਹੁੰਦੀ ਹੈ। ਏਦਾਂ ਬਾਬੇ ਮੂਲ ਚੰਦ ਨੇ ਜਾ ਕੇ ਸਤਿਗੁਰਾਂ ਦੇ ਖਿਲਾਫ ਏਦਾਂ ਕਹਿ ਸਕਦੇ ਆ ਕਿ ਨਵਾਬ ਦੌਲਤ ਖਾਨ ਦੇ ਕੋਲ ਜਾ ਕੇ ਪੁਕਾਰ ਕੀਤੀ। ਨਿਆਏ ਮੋਰ ਕੀਜੀਏ ਸਵਾਬ ਜਾਣ ਆਪਨੋ। ਕਹਿਣ ਲੱਗੇ ਬਾਬਾ ਮੂਲ ਚੰਦ ਜੀ, ਨਵਾਬ ਦੌਲਤ ਖਾਨ ਜੀ, ਮੇਰਾ ਇਨਸਾਫ ਕਰੋ, ਮੇਰਾ ਨਿਆਏ ਕਰੋ। ਤੁਹਾਡਾ ਸੁਭਾਅ ਹੈ, ਤੁਹਾਡਾ ਸੁਭਾਅ ਹੈ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਨਸਾਫ ਕਰਨ ਦੀ, ਤੇ ਮੇਰਾ ਵੀ ਇਨਸਾਫ ਕਰੋ ਦਾਰਾਏ ਦਾ। ਕੁਨੀਤ ਪੂਪ ਕ੍ਰਿਤ ਨਾ ਤਜੰਤ ਪੂਰ ਪਾਪਨੋ। ਹਾਂ, ਕੋਈ ਰਾਜਾ ਕੁਨੀਤੀ ਹੋ ਰਹੀ ਹੋਵੇ, ਮਾੜਾ ਕੰਮ ਹੋ ਰਿਹਾ ਹੋਵੇ, ਤੇ ਉਹਨੂੰ ਵੇਖ ਕੇ ਇਨਸਾਫ ਨਾ ਕਰੇ, ਨਜ਼ਰਅੰਦਾਜ਼ ਕਰ ਦੇਵੇ, ਇਹੋ ਜਿਹਾ ਵੱਡਾ ਪਾਪ ਉਸ ਰਾਜੇ ਤੋਂ ਹੋਰ ਕੋਈ ਨਹੀਂ ਹੋ ਸਕਦਾ। ਸਭ ਤੋਂ ਵੱਡਾ ਪਾਪ ਉਸ ਰਾਜੇ ਲਈ ਇਹ ਹੈ ਕਿ ਕੁਨੀਤੀ ਨੂੰ ਵੇਖ ਕੇ ਉਸ ਕੁਨੀਤੀ ਨੂੰ ਦੂਰ ਕਰਨ ਵਾਸਤੇ ਉਹ ਰਾਜਾ ਯਤਨਸ਼ੀਲ ਨਾ ਹੋਵੇ। ਉਹ ਰਾਜਾ ਸਭ ਤੋਂ ਵੱਡਾ ਪਾਪੀ ਮੰਨਿਆ ਜਾਂਦਾ। ਹਾਂਜੀ। ਅੜਿਲ ਸੁਨ ਕਰ ਸ਼ਰਵਨ ਨਵਾਬ ਭਨੇ ਤੂੰ ਕੌਣ ਹੈ। ਜਦੋਂ ਬਾਬੇ ਮੂਲ ਚੰਦ ਨੇ ਏਦਾਂ ਪੁਕਾਰ ਕੀਤੀ ਤੇ ਸੁਣ ਕੇ ਨਵਾਬ ਦੌਲਤ ਖਾਨ ਬੋਲਿਆ। ਉਹ ਬਾਬੇ ਮੂਲ ਚੰਦ ਨੂੰ ਨਹੀਂ ਸੀ ਜਾਣਦਾ। ਪੁੱਛਣ ਲੱਗਾ, ਕਹਿਣ ਲੱਗਾ, ਹਾਂ ਮਹਾਰਾਜ, ਤੁਸੀਂ ਕੌਣ ਹੋ? ਕੀ ਨਾਂ ਹੈ ਤੁਹਾਡਾ? ਕਿਸ ਪਰ ਕਰਤ ਪੁਕਾਰ ਨਾਮ ਕਹੋ ਜੋਨ ਹੈ। ਤੂੰ ਕਿਹਦੇ ਖਿਲਾਫ ਪੁਕਾਰ ਕਰਨ ਆਇਆ ਮੇਰੇ ਕੋਲ? ਦੱਸ ਉਹਦਾ ਕੀ ਨਾਮ ਹੈ ਜਿਸ ਦੇ ਖਿਲਾਫ ਤੂੰ ਮੇਰੇ ਕੋਲ ਪੁਕਾਰ ਕਰਨ ਆਇਆ? ਕਹਿ ਦੁਖ ਦੀਨੋ ਤੋਏ ਸੋ ਭੇਵ ਪਨੀਜੀਏ। ਦੱਸ ਤੈਨੂੰ ਕੀ ਦੁੱਖ ਹੈ, ਕੀ ਤਕਲੀਫ ਹੈ, ਕਿਹਨੇ ਤੈਨੂੰ ਦੁੱਖ ਦਿੱਤਾ? ਮੈਨੂੰ ਸਾਰਾ ਭੇਦ ਦੱਸ। ਹੋ ਕਰ ਹੋ ਨਿਆਏ ਤੁਮਾਰ ਬਿਰਥਾ ਕਹਿ ਦੀਜੀਏ। ਮੈਨੂੰ ਆਪਣੇ ਮਨ ਦੀ ਸਾਰੀ ਬਿਰਥਾ ਦੱਸ, ਪੀੜਾ ਦੱਸ, ਮੈਂ ਤੇਰਾ ਇਨਸਾਫ ਕਰਾਂਗਾ। ਤੂੰ ਦੱਸ ਮੈਨੂੰ, ਤੈਨੂੰ ਕਿਹਨੇ ਤਕਲੀਫ ਦਿੱਤੀ ਹੈ? ਤੂੰ ਕਿਹਦੇ ਖਿਲਾਫ ਪੁਕਾਰ ਕਰਨ ਆਇਆ? ਉਹਦਾ ਕੀ ਨਾਂ ਹੈ? ਕਿੱਥੇ ਰਹਿੰਦਾ ਹੈ? ਕੱਲੀ ਕੱਲੀ ਗੱਲ ਮੈਨੂੰ ਦੱਸ, ਮੈਂ ਤੇਰਾ ਇਨਸਾਫ ਕਰਾਂਗਾ। ਨਾਨਕ ਮੋਦੀ ਤੋਰ ਸਸੁਰ ਤੈਂ ਜਾਨੀਏ। ਬਾਬਾ ਮੂਲ ਚੰਦ ਜੀ ਫਿਰ ਆਪਣੇ ਬਾਰੇ ਦੱਸਣ ਲੱਗੇ। ਕਹਿਣ ਲੱਗੇ, ਨਵਾਬ ਦੌਲਤ ਖਾਨ ਜੀ, ਨਵਾਬ ਜੀ ਸੁਣੋ, ਜੋ ਤੁਹਾਡੇ ਮੋਦੀ ਖਾਨੇ 'ਚ ਮੋਦੀ ਦਾ ਦੇ ਸਨ ਗੁਰੂ ਨਾਨਕ ਸਾਹਿਬ, ਮੈਂ ਉਹਨਾਂ ਦਾ ਸਹੁਰਾ ਹਾਂ। ਮੇਰੀ ਧੀ ਉਹਨਾਂ ਨੂੰ ਵਿਆਹੀ ਹੋਈ ਹੈ। ਤਾਂ ਪਰ ਕਰੀ ਪੁਕਾਰ ਆਪ ਪਹਿਚਾਨੀਏ। ਔਰ ਮੈਂ ਤੇਰੇ ਘਰ ਵਿੱਚ ਮੋਦੀ ਦਾ ਕੰਮ ਕਰਨ ਵਾਲੇ ਨਾਨਕ ਦੇ ਖਿਲਾਫ ਪੁਕਾਰ ਕਰਨ ਆਇਆ। ਉਹਨਾਂ ਦੇ ਖਿਲਾਫ ਪੁਕਾਰ ਕਰਨ ਵਾਸਤੇ ਆਇਆ, ਇਹ ਤੁਸੀਂ ਆਪ ਪਹਿਚਾਣ ਲਵੋ। ਸੁਨ ਸ਼ਰਵਨਨ ਮਮ ਬੈਨ ਵਿਚਾਰ ਕਰੀਜੀਏ। ਮੇਰੀ ਬੇਨਤੀ ਸੁਣ ਕੇ ਚੰਗੀ ਤਰ੍ਹਾਂ ਫਿਰ ਉਹਦੀ ਵਿਚਾਰ ਕਰੋ, ਉਹਨੂੰ ਚੰਗੀ ਤਰ੍ਹਾਂ ਘੋਖੋ, ਚੰਗੀ ਤਰ੍ਹਾਂ ਜਾਣੋ। ਹੋ ਬੋਹਰੋ ਨਿਆਏ ਨਿਬੇਰ ਸੋ ਜਸ ਜਗ ਲੀਜੀਏ। ਫਿਰ ਤੁਸੀਂ ਉਹਦਾ ਨਿਆਏ ਕਰਕੇ ਸੰਸਾਰ 'ਚ ਜਸ ਲਵੋ। ਪਹਿਲਾਂ ਮੇਰੀ ਗੱਲ ਸੁਣੋ ਸਾਰੀ, ਉਹਨੂੰ ਸੁਣ ਕੇ ਵਿਚਾਰੋ, ਫਿਰ ਉਹਦਾ ਇਨਸਾਫ ਕਰੋ। ਇਨਸਾਫ ਕਰਕੇ ਜਦੋਂ ਤੁਸੀਂ ਇਨਸਾਫ ਕਰੋਗੇ ਤਾਂ ਇਨਸਾਫ ਕਰਨ ਵਾਲਿਆਂ ਦਾ ਸੁਜਸ ਸੰਸਾਰ ਵਿੱਚ ਹੁੰਦਾ ਹੈ। ਦੋਹਰਾ ਸੁਨ ਸ਼੍ਰੀ ਨਾਨਕ ਨਾਮ ਕੋ
ਦੀਨੋ ਨਿਕਟ ਹਕਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਦੋਂ ਨਾਂ ਸੁਣਿਆ ਨਾ ਦੌਲਤ ਖਾਨ ਨੇ, ਬਾਬਾ ਮੂਲ ਚੰਦ ਜੀ ਥੋੜਾ ਜਿਹਾ ਦੂਰ ਖੜੇ ਸੀ। ਇਹਨੇ ਇਸ਼ਾਰਾ ਕੀਤਾ ਵੀ ਇੱਧਰ ਨੇੜੇ ਆ ਜਾਓ, ਮੇਰੇ ਕੋਲ ਆ ਕੇ ਸਾਰੀ ਗੱਲ ਦੱਸੋ। ਕੈਸੀ ਕਰਤ ਪੁਕਾਰ ਤੂੰ ਮੋਇ ਸਮਝਾਏ ਉਚਾਰ। ਦੱਸੋ ਬਾਬਾ ਮੂਲ ਚੰਦ ਜੀ, ਤੁਸੀਂ ਕਿਵੇਂ ਪੁਕਾਰ ਕਰਨ ਆਏ ਹੋ, ਕੀ ਤੁਹਾਨੂੰ ਤਕਲੀਫ ਹੈ? ਉਹ ਸਾਰੀ ਗੱਲਬਾਤ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਮੈਨੂੰ ਕਹਿ ਕੇ ਸੁਣਾਓ। ਨਰਾਜ ਚੰਦ ਜੋ ਸਾਤ ਸੈਕੇ 60 ਦਾਮ ਤਾਏ ਜਾਨ ਸ਼ੇਖ ਸੋ। ਬਾਬਾ ਮੂਲ ਚੰਦ ਜੀ ਬੋਲੇ, ਨਵਾਬ ਸਾਹਿਬ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਦੇ 760 ਰੁਪਈਏ ਤੁਹਾਡੇ ਵੱਲ ਵਧੇ ਨੇ। ਉਹ ਜੋ 760 ਰੁਪਈਏ ਤੁਹਾਡੇ ਕੋਲ ਵਧੇ ਹਨ, ਨਵਾਬ ਰਾਏ ਦਿਓ ਤਾਏ ਤਾਤ ਨਾਰ ਦੇਖ ਸੋ। ਮੈਂ ਉਹ ਪੈਸੇ ਜਿਹੜੇ ਨੇ ਤੁਹਾਡੇ ਕੋਲੋਂ ਲੈਣ ਆਇਆ, ਉਹ ਪੈਸੇ ਮੈਨੂੰ ਦੇ ਦਿਓ ਤਾਂ ਜੋ ਮੈਂ ਨਾਨਕ ਦੀ ਘਰਵਾਲੀ ਔਰ ਉਹਦੇ ਪੁੱਤਰਾਂ ਨੂੰ ਉਹ ਪੈਸੇ ਦੇ ਕੇ ਉਹਨਾਂ ਦੀ ਸਹੀ ਢੰਗ ਨਾਲ ਪਰਵਰਿਸ਼ ਕਰ ਸਕਾਂ। ਵਿਚਾਰ ਕੈ ਹਿਰਦੇ ਨਿਆਏ ਆਨ ਬੂਝ ਲੀਜੀਏ। ਇਹ ਗੱਲ ਤੁਹਾਨੂੰ ਵਿਚਾਰਨੀ ਚਾਹੀਦੀ ਹੈ। ਜੇ ਮੇਰੇ ਤੇ ਯਕੀਨ ਨਹੀਂ ਤੇ ਦੂਜੇ ਕਿਸੇ ਕੋਲੋਂ ਬੁਲਾ ਕੇ ਕਿਸੇ ਦੀ ਸਲਾਹ ਲੈ ਲਵੋ। ਸਭ ਇਹੀ ਕਹਿਣਗੇ ਕਿ ਫਕੀਰਾਂ ਨੂੰ ਪੈਸੇ ਦੇਣ ਦੀ ਬਜਾਏ ਇਹ ਪੈਸੇ ਨਾਨਕ ਦੇ ਪਰਿਵਾਰ ਨੂੰ ਦੇਣੇ ਚਾਹੀਦੇ ਨੇ। ਸਮਾਜਿਕ ਤੌਰ ਦੇ ਉੱਤੇ ਸਾਰੇ ਮੇਰੀ ਇਸ ਗੱਲ ਦੇ ਨਾਲ ਸਹਿਮਤੀ ਭਰਨਗੇ। ਪਨੰਤ ਮੂਲ ਚੰਦ ਯੋਂ ਪੁਕਾਰਿਆ ਲਖੀ ਜੀਏ। ਬਾਬਾ ਮੂਲ ਚੰਦ ਜੀ ਕਹਿੰਦੇ ਮੇਰੀ ਪੁਕਾਰ ਹੈ ਤੁਹਾਡੇ ਕੋਲ, ਇਹ ਪੁਕਾਰ ਮੈਂ ਕਰਨ ਲਈ ਪਹੁੰਚਿਆ ਹਾਂ। ਨਿਬਾਬ ਸ਼੍ਰੋਨ ਮੈਂ ਸੁਨੰਤ ਬੈਨ ਕੋ ਅਲਾਇਓ। ਅੱਗੋਂ ਨਵਾਬ ਸੁਣ ਕੇ ਬੋਲਿਆ, ਬਾਬੇ ਮੂਲ ਚੰਦ ਨੂੰ ਕਹਿਣ ਲੱਗਾ, ਕਹੀ ਸਰੋਜ ਨੈਣ ਨੇ ਫਕੀਰ ਕੋ ਖਵਾਇਓ। ਕਹਿਣ ਲੱਗਾ ਜੀ ਮੈਨੂੰ ਤਾਂ ਕਮਲ ਨੈਣ ਸਤਿਗੁਰੂ ਜੀ ਮੋਦੀ ਨਾਨਕ ਜੀ ਕਹਿ ਗਏ ਨੇ ਕਿ ਇਹ ਜਿਹੜੇ ਪੈਸੇ ਨੇ ਇਹ ਪੈਸੇ ਤੁਸੀਂ ਫਕੀਰਾਂ ਨੂੰ ਦੇ ਦਿਓ। ਉਹਨਾਂ ਦੇ ਪੈਸੇ ਸਨ, ਮੈਂ ਉਹਨਾਂ ਨੂੰ ਦੇ ਰਿਹਾ ਸੀ। ਉਹਨਾਂ ਨੇ ਲੈਣ ਤੋਂ ਇਨਕਾਰ ਕਰਕੇ ਕਿਹਾ ਕਿ ਇਹ ਪੈਸੇ ਤੁਸੀਂ ਫਕੀਰਾਂ ਨੂੰ ਦੇ ਦਿਓ। ਨਾ ਮਾਨ ਆਨ ਥਾਨ ਦਾਮ ਦੇਹੋ ਇਹ ਜਾਣੀਏ। ਇਹ ਪੈਸੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਮੈਂ ਕਿਸੇ ਹੋਰ ਦੂਜੀ ਥਾਂ ਨਹੀਂ ਦੇ ਸਕਦਾ। ਜਿਨ੍ਹਾਂ ਦੇ ਪੈਸੇ ਸੀ ਉਹਨਾਂ ਨੇ ਕਿਹਾ ਫਕੀਰਾਂ ਨੂੰ ਦੇਣੇ ਨੇ। ਹੁਣ ਮੈਂ ਉਹਨਾਂ ਦਾ ਕਹਿਣਾ ਕੱਟ ਕੇ ਇਹ ਤੁਹਾਡੇ ਕਹਿਣ ਤੇ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਫਕੀਰ ਬ੍ਰਿੰਦ ਹੋਏ ਤੋਂ ਖਵਾਏ ਆਪ ਮਾਨੀਏ। ਜਦੋਂ ਫਕੀਰ ਹੋਣ ਬਹੁਤ ਸਾਰੇ ਇਕੱਠੇ ਤੇ ਇਹ ਪੈਸੇ ਤੁਸੀਂ ਮੇਰੇ ਕੋਲੋਂ ਲੈ ਕੇ ਭਾਵੇਂ ਫਕੀਰਾਂ ਨੂੰ ਮੇਰੇ ਸਾਹਮਣੇ ਖਵਾ ਦਿਓ, ਕਿਉਂਕਿ ਇਹ ਪੈਸੇ ਦਿੱਤੇ ਹੀ ਉਹਨਾਂ ਨੇ ਫਕੀਰਾਂ ਨੂੰ ਵੰਡਣ ਵਾਸਤੇ ਹਨ। ਪਇਓ ਹੈ ਪੂਰ ਬਾਵਰਾ ਕੇ ਭੂਤ ਨਾ ਸੁਤਾਹੀ ਮੈਂ। ਬਾਬਾ ਮੂਲ ਚੰਦ ਜੀ ਤੇ ਲਾਗੇ ਇੱਕ ਯਾਰ ਖਾਂ ਨਾਮ ਦਾ ਵਜ਼ੀਰ ਬੈਠਾ ਸੀ। ਉਹ ਬੋਲੇ, ਕਹਿਣ ਲੱਗੇ, ਨਵਾਬ ਸਾਹਿਬ ਤੁਸੀਂ ਤਾਂ ਸਿਆਣੇ ਹੋ, ਨਾਨਕ ਦਾ ਤਾਂ ਪਤਾ ਨਹੀਂ ਜਾਪਦਾ ਕੋਈ ਉਹਨਾਂ ਤੇ ਭੂਤਣਾ ਸਵਾਰ ਹੋ ਗਿਆ ਜਾਂ ਕੋਈ ਉਦਾਂ ਬਾਬਰੇ ਹੋ ਗਏ ਨੇ ਵੀ ਜਿਹੋ ਜੇ ਉਹ ਕੰਮ ਕਰ ਰਹੇ ਹਨ। ਸੁਦੀ ਨ ਕੋਏ ਕਾਹੇ ਕੀ ਨ ਕੂਰ ਵਾਕ ਪ੍ਰਾਹੇ ਮੈਂ। ਔਰ ਮੈਂ ਕੁਝ ਝੂਠ ਨਹੀਂ ਬੋਲਿਆ। ਉਹਨਾਂ ਨੂੰ ਤਾਂ ਕਿਸੇ ਕੰਮ ਦੀ ਸੁੱਧ ਹੀ ਨਹੀਂ, ਸ਼ਮਸ਼ਾਨ 'ਚ ਬੈਠੇ ਨੇ ਕਈ ਦਿਨਾਂ ਤੋਂ। ਔਰ ਇਹਦੇ ਵਿੱਚ ਮੈਂ ਕੁਝ ਝੂਠ ਨਹੀਂ ਬੋਲਿਆ, ਬਿਲਕੁਲ ਸੱਚ ਕਿਹਾ। ਨਿਕੇਤ ਹੇਤ ਕੋ ਨਹੀਂ ਮਸਾਨ ਥਾਨ ਬੈਸੀਆ। ਉਹ ਘਰ ਨਹੀਂ ਆਏ ਜਿਸ ਦਿਨ ਦੇ ਵੇਈ 'ਚੋਂ ਨਿਕਲੇ ਨੇ, ਉਹ ਸ਼ਮਸ਼ਾਨ ਘਾਟ ਦੇ ਵਿੱਚ ਹੀ ਬੈਠੇ ਹੋਏ ਨੇ। ਪਨੰਤ ਤੁੰਡ ਆਏ ਜੋ ਫਕੀਰ ਕੀਨ ਬੇਸੀਆ। ਉਹਦੇ ਮੂੰਹ ਵਿੱਚ ਜੋ ਆਉਂਦਾ ਉਹ ਬੋਲੀ ਜਾਂਦਾ ਤੇ ਉਹਨੇ ਸਰੂਪ ਵੀ ਜਿਹੜਾ ਫਕੀਰਾਂ ਵਾਲਾ ਧਾਰਨ ਕਰ ਲਿਆ। ਨਾਨਕ ਨੇ ਫਕੀਰਾਂ ਵਾਲਾ ਲਿਬਾਸ ਆਪਣੇ ਸਰੀਰ ਤੇ ਧਾਰਨ ਕਰ ਲਿਆ। ਫਿਰ ਜੋ ਉਹਨਾਂ ਦੇ ਮੂੰਹ ਵਿੱਚ ਆਉਂਦਾ ਉਹ ਬੋਲੀ ਜਾਂਦੇ ਹਨ। ਖਬਰੇ ਉਹ ਕਿਵੇਂ ਕਹਿ ਗਏ ਨੇ ਗੱਲ, ਉਹਨਾਂ ਦੀ ਗੱਲ ਨੂੰ ਮੰਨ ਕੇ ਮੈਂ ਹੁਣ ਫਕੀਰਾਂ ਨੂੰ ਪੈਸੇ ਦੇ ਦਿਆਂ ਇਹ ਵੀ ਚੰਗਾ ਨਹੀਂ, ਕਿਉਂਕਿ ਇਹ ਕਹਿ ਰਹੇ ਨੇ ਵੀ ਉਹ ਦਿਮਾਗੀ ਤੌਰ ਤੇ ਆਵੇ ਫਾਵੇ ਹੋ ਗਏ ਨੇ। ਇਦਾਂ ਦੀਆਂ ਗੱਲਾਂ ਸੋਚਣ ਲੱਗ ਪਿਆ ਨਵਾਬ ਆਪਣੇ ਮਨ ਵਿੱਚ।
ਗਹੀ ਫਨੀ ਚੁਚੰਦਰੰ ਤਜੀ ਨ ਖਾਏ ਯੋਂ ਪਇਓ। ਨਵਾਬ ਲਈ ਉਹ ਕੰਮ ਬਣ ਗਿਆ ਵੀ ਜੇ ਤਾਂ ਉਹ ਪੈਸੇ ਫਕੀਰਾਂ ਨੂੰ ਦਿੰਦਾ ਗੁਰੂ ਨਾਨਕ ਸਾਹਿਬ ਦਾ ਬਚਨ ਮੰਨ ਕੇ, ਤਾਂ ਇਹ ਬੱਚੇ ਪਰਿਵਾਰ ਦਾ ਪਿੱਛੇ ਔਖਾ ਹੈ। ਜੇ ਇੱਧਰ ਦਿੰਦਾ ਤੇ ਉਧਰ ਫਕੀਰਾਂ ਨੂੰ ਨਹੀਂ ਦਿੰਦਾ ਤਾਂ ਸਮੱਸਿਆ ਵੀ ਮੈਂ ਕਿਹਦੀ ਮੰਨਾਂ ਕਿਹਦੀ ਨਾ ਮੰਨਾਂ। ਨਵਾਬ ਲਈ ਉਹ ਹਾਲਤ ਬਣ ਗਈ ਜਿਵੇਂ ਕਿਸੇ ਸੱਪ ਨੇ ਚਚੁੰਦਰ ਮੂੰਹ 'ਚ ਲੈ ਲਈ ਹੋਵੇ, ਉਹ ਨਾ ਖਾ ਸਕਦਾ, ਖਾਵੇ ਤੇ ਕੋੜ ਪੈਂਦਾ, ਤੇ ਨਾ ਛੱਡ ਸਕਦਾ, ਜੇ ਛੱਡੇ ਤੇ ਅੰਨਾ ਹੁੰਦਾ। ਉਹ ਹਾਲਤ ਦੌਲਤ ਖਾਨ ਦੀ ਬਣ ਗਈ ਵੀ ਮੈਂ ਬਾਬੇ ਮੂਲ ਚੰਦ ਦਾ ਕਹਿਣਾ ਮੰਨਾਂ ਕਿ ਜਾਂ ਗੁਰੂ ਨਾਨਕ ਸਾਹਿਬ ਜੋ ਕਹਿ ਗਏ ਨੇ ਉਹਨਾਂ ਦਾ ਆਖਾ ਮੰਨਾਂ। ਫਕੀਰ ਕੋ ਨ ਦਿਓ ਹੋਤ ਪੈ ਹਮੇ ਸੋ ਤਾਹੇ ਕੋ। ਦੌਲਤ ਖਾਨ ਦੇ ਮਨ 'ਚ ਇਸ ਗੱਲ ਦਾ ਵੀ ਡਰ ਆਉਂਦਾ ਵੀ ਇਹ ਪੈਸੇ ਜੇ ਮੈਂ ਫਕੀਰਾਂ ਨੂੰ ਨਾ ਦਿੱਤੇ, ਫਕੀਰਾਂ ਨੂੰ ਨਾ ਦਾਨ ਕੀਤਾ, ਤੇ ਬੜਾ ਵੱਡਾ ਪਾਪ ਹੋਵੇਗਾ ਵੀ ਉਹ ਪੈਸੇ ਫਕੀਰਾਂ ਦੇ ਹੋ ਗਏ ਨਾ। ਜਦੋਂ ਉਹਨਾਂ ਨੇ ਕਹਿ ਦਿੱਤਾ ਵੀ ਪੈਸੇ ਖੁਦਾ ਦੇ ਨੇ, ਫਕੀਰਾਂ ਨੂੰ ਦੇ ਦੇ, ਫਕੀਰਾਂ ਨੂੰ ਵੰਡ ਦੇ, ਨਹੀਂ ਦਿੰਦਾ ਮਹਾਂਪੁਰਸ਼ਾਂ ਫਕੀਰਾਂ ਨੂੰ, ਤਾਂ ਮੈਂ ਉਹਨਾਂ ਦਾ ਦੇਣਦਾਰ ਹੋਵਾਂਗਾ। ਨਾ ਦਿਓ ਤੋਏ ਹੋਤ ਐ ਕੁਨੀਤ ਨੀਤ ਨਾਹੀ ਕੋ। ਜੇ ਦੇਵਾਂ ਤਾਂ ਫਸਦਾ, ਜੇ ਨਾ ਦੇਵਾਂ ਤਾਂ ਵੀ ਕੁਨੀਤੀ ਹੁੰਦੀ ਹੈ। ਇੱਕ ਰਾਜੇ ਦਾ ਧਰਮ ਨਹੀਂ ਕਿ ਇੱਕ ਦਾ ਪਰਿਵਾਰ ਦੇ ਜੀ ਘਰ ਦੇ ਵਿੱਚ ਭੁੱਖੇ ਹੋਣ ਤੇ ਉਹਨਾਂ ਦਾ ਪੈਸਾ ਫਕੀਰਾਂ ਨੂੰ ਵੰਡ ਦਿੱਤਾ ਜੇ। ਇਹ ਵੀ ਇੱਕ ਰਾਜੇ ਲਈ ਯੋਗ ਨੀਤੀ ਨਹੀਂ। ਦੋਹਰਾ ਹੋ ਤੋ ਯਾਰ ਖਾਂ ਨਿਕਟ ਤਬ ਬੂਜੀ ਤੈ ਸੋ ਗਾਥ। ਯਾਰ ਖਾਂ ਨਾਮ ਦਾ ਇੱਕ ਵਜ਼ੀਰ ਕੋਲ ਹੀ ਬੈਠਾ ਸੀ। ਦੌਲਤ ਖਾਨ ਉਹਦੇ ਨਾਲ ਗੱਲ ਕਰਦਾ ਤੇ ਉਹਨੂੰ ਪੁੱਛਦਾ, ਬੋਲਿਓ ਹਿਰਦੇ ਵਿਚਾਰ ਸੋ ਨਿਜ ਭੂਪਤ ਕੇ ਸਾਥ। ਕਹਿੰਦਾ ਯਾਰ ਖਾਨ ਤੂੰ ਦੱਸ ਕੀ ਕਰਨਾ ਚਾਹੀਦਾ। ਨਵਾਬ ਦੌਲਤ ਖਾਨ ਦੀ ਗੱਲ ਸੁਣ ਕੇ ਫਿਰ ਯਾਰ ਖਾਨ ਬੋਲਿਆ ਵਿਚਾਰ ਕਰਕੇ, ਅੜਿਲ ਜੇ ਨਾਨਕ ਅਬ ਪਇਓ ਬਾਵਰਾ ਸੁਧ ਨਹੀਂ। ਕਹਿਣ ਲੱਗਾ ਨਵਾਬ ਸਾਹਿਬ, ਜੇ ਨਾਨਕ ਇਸ ਵੇਲੇ ਬਾਵਰਾ ਹੋ ਗਿਆ, ਕਿਹਾ ਜਾਂਦਾ ਵੀ ਉਹਨੂੰ ਕੋਈ ਸੁਧ ਨਹੀਂ। ਕਿਦੋਂ ਭੂਤ ਨਾ ਬਰਿਓ ਲਿਓ ਕਰ ਸਭ ਸਹੀ। ਪਹਿਲਾਂ ਤੁਸੀਂ ਇਸ ਗੱਲ ਨੂੰ ਦੁਰਸਤ ਕਰੋ ਕਿ ਕੋਈ ਉਹਨਾਂ ਨੂੰ ਭੂਤਣਾ ਚਿੰਬੜਿਆ ਵੀ ਹੈ ਕਿ ਨਹੀਂ ਚਿੰਬੜਿਆ, ਜਾਂ ਉਹਨਾਂ ਦੀ ਕੋਈ ਅਕਲ ਜਾਂ ਸੁਧ ਗਈ ਵੀ ਹੈ ਕਿ ਨਹੀਂ ਗਈ। ਪਹਿਲਾਂ ਇਹਦੀ ਤੁਹਾਨੂੰ ਪੜਤਾਲ ਕਰਨੀ ਚਾਹੀਦੀ ਹੈ। ਮੂਲ ਚੰਦ ਨੇ ਕਹਿ ਦਿੱਤਾ, ਇੱਕ ਰਾਜੇ ਨੇ ਤਾਂ ਪਹਿਲਾਂ ਦੂਜੇ ਪੱਖ ਨੂੰ ਵੀ ਵੇਖਣਾ ਨਾ, ਵੀ ਇਹਦਾ ਕਹਿਣਾ ਤਾਂ ਨਹੀਂ ਨਾ ਤੁਸੀਂ ਇੱਕ ਦਾ ਸੁਣ ਕੇ ਮੰਨ ਲਓਗੇ ਗੱਲ ਯੋਗ ਨਹੀਂ। ਰਾਜੇ ਨੂੰ ਦੂਸਰਾ ਪੱਖ ਵੀ ਜਾਣਨਾ ਚਾਹੀਦਾ, ਉਹਨਾਂ ਦਾ ਪੱਖ ਵੀ ਸਮਝਣਾ ਚਾਹੀਦਾ। ਹਾਂਜੀ। ਦਿਓ ਦਰਬ ਪਸ਼ਚਾਤ ਜਾਨ ਜੀਏ ਲੀਜੀਏ। ਔਰ ਤੁਸੀਂ ਬਾਅਦ ਵਿੱਚ ਉਹ ਪੈਸੇ ਕਿਹਨੂੰ ਦੇਣੇ ਨੇ ਉਹ ਤੁਸੀਂ ਬਾਅਦ ਚ ਨਿਰਣਾ ਕਰਿਓ। ਪਹਿਲਾਂ ਇਸ ਗੱਲ ਦੀ ਪੜਤਾਲ ਕਰੋ ਕਿ ਨਾਨਕ ਨੂੰ ਵਾਕਈ ਕੋਈ ਭੂਤਣਾ ਚਿੰਬੜਿਆ ਜਾਂ ਕੋਈ ਵਾਕਈ ਉਹਨਾਂ ਦੀ ਸੁੱਧ ਜਾਂ ਉਹ ਸੁੱਧ ਤੋਂ ਬੇਸੁੱਧ ਹੋਏ ਨੇ। ਇਹਦੇ ਬਾਰੇ ਪਹਿਲਾਂ ਪੜਤਾਲ ਕਰੋ। ਉਹ ਕਹਿ ਮੇਦਾ ਸਹਿਤ ਤੂੰ ਬੂਝਨ ਕੀਜੀਏ। ਜੇ ਉਹ ਹੋਸ਼ ਵਿੱਚ ਹੈਣ ਤਾਂ ਉਹਨਾਂ ਨੂੰ ਪੁੱਛ ਲਓ ਵੀ ਉਹਨਾਂ ਦੇ ਪੈਸੇ ਨੇ ਕਿਹਨੂੰ ਦੇਣੇ ਨੇ। ਹੋਸ਼ ਵਿੱਚ ਹੋਣ ਤਾਂ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਵੀ ਦੱਸੋ ਜੀ ਇਹ ਤੁਹਾਡੀ ਮਾਇਆ ਹੈ, ਇੱਧਰ ਤੁਹਾਡੇ ਸੰਬੰਧੀ ਵੀ ਆ ਕੇ ਮਾਇਆ ਮੰਗ ਰਹੇ ਨੇ, ਤੁਸੀਂ ਕਹਿੰਦੇ ਹੋ ਫਕੀਰਾਂ ਨੂੰ ਦੇਣੀ ਆ। ਉਹਨਾਂ ਨੂੰ ਬੁਲਾ ਕੇ ਪੁੱਛ ਲੈਣਾ ਚਾਹੀਦਾ ਜੇ ਉਹ ਹੋਸ਼ ਵਿੱਚ ਹੋਣ। ਦੋਹਰਾ ਸੁਨ ਯਾਰ ਖਾਂ ਬਚਨ ਜਬ ਨ੍ਰਿਪਤ ਸਰਾਹਤ ਤਾਹੀ। ਯਾਰ ਖਾਨ ਦੀ ਇਹ ਗੱਲ ਸੁਣ ਕੇ ਦੌਲਤ ਖਾਨ ਬੜਾ ਸਲਾਹੁੰਦਾ ਉਹਨੂੰ, ਕਹਿੰਦਾ ਵਾਕਈ ਇਹ ਗੱਲ ਤੂੰ ਬੜੀ ਵਧੀਆ ਪਤੇ ਦੀ ਕਹੀ ਹੈ, ਮੇਰੀ ਚਿੰਤਾ ਇਹਦੇ ਨਾਲ ਖਤਮ ਹੋ ਗਈ ਹੈ। ਕਰਨ ਉਚਿਤ ਐਸੇ ਹਮੇ ਜੈਸੇ ਤੂੰ ਮੁਖ ਪ੍ਰਾਹੇ। ਇਹ ਯਾਰ ਖਾਨ ਜੋ ਤੂੰ ਕਹਿ ਰਿਹਾ ਏਦਾਂ ਹੀ ਕਰਨਾ ਚਾਹੀਦਾ, ਇਹੀ ਸਾਡੇ ਲਈ ਉਚਿਤ ਹੈ, ਹੁਣ ਮੈਂ ਏਦਾਂ ਹੀ ਕਰਾਂਗਾ। ਅੜਿਲ ਮੁੱਲਾ ਟਿਗ ਨਰ ਪਠਾ ਸੋਲੀਨ ਪੁਕਾਰਿਓ। ਉਸੇ ਵੇਲੇ ਦੌਲਤ ਖਾਨ ਨੇ ਇੱਕ ਨਗਰ ਦਾ ਮੁੱਲਾ ਸੀ ਮੌਲਵੀ,
ਉਸ ਮੁੱਲਾਂ ਦੇ ਕੋਲ ਸੁਨੇਹਾ ਭੇਜ ਕੇ ਆਪਣੇ ਕੋਲ ਬੁਲਾਇਆ। ਸਭ ਨਾਨਕ ਬਿਰਤਾਂਤ ਨਿਭਾਵੇ ਉਚਾਰਿਓ। ਨਵਾਬ ਨੇ ਮੁੱਲਾਂ ਨੂੰ ਕਿਹਾ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਵੀ ਤੂੰ ਜਾ ਕੇ ਵੇਖ। ਹੀਰੋ ਚਾਰੋ ਜਾਹੋ ਹਿਰਦੇ ਸੁਧ ਲੀਜੀਏ। ਮੁੱਲਾਂ ਜੀ ਤੁਸੀਂ ਜਾਓ ਤੇ ਜਾ ਕੇ ਵੇਖੋ ਨਾਨਕ ਨੂੰ, ਜੇ ਕੋਈ ਉਹਨਾਂ ਤੇ ਭੂਤ ਪ੍ਰੇਤ ਦਾ ਕੋਈ ਛਾਵਾਂ ਪਰਛਾਵਾਂ ਤੇ ਤੁਸੀਂ ਝਾੜ ਫੂਕ ਕਰੋ। ਤੁਸੀਂ ਜਾ ਕੇ ਝਾੜਾ ਕਰੋ, ਫਾਂਡਾ ਪਾਓ, ਕਿਸੇ ਵੀ ਤਰੀਕੇ ਦੇ ਨਾਲ ਜਾ ਕੇ ਉਹਨਾਂ ਨੂੰ ਠੀਕ ਕਰੋ। ਹੋ ਬਹੋਰੇ ਮੁਝ ਟਿਗਿਆਨ ਸੋ ਭੇਵ ਪਨੀਜੀਏ। ਉਹਨਾਂ ਨੂੰ ਮਿਲ ਕੇ ਉਹਨਾਂ ਦਾ ਝਾੜਾ ਕਰਕੇ, ਜੇ ਕੋਈ ਭੂਤ ਪ੍ਰੇਤ ਦਾ ਛਾਵਾਂ ਪਰਛਾਵਾਂ ਤੇ ਦੂਰ ਕਰਕੇ, ਫਿਰ ਤੂੰ ਮੇਰੇ ਕੋਲ ਆ ਕੇ ਸਾਰੀ ਗੱਲ ਦੱਸ ਵੀ ਤੂੰ ਉੱਥੇ ਕੀ ਕਰਕੇ ਆਇਆ। ਸੁਣ ਕਰ ਮੁੱਲਾ ਚੱਲਿਓ ਬੇਗ ਲਿਖ ਕਾਗਰਾ। ਇਹ ਸੁਣਦਿਆਂ ਸਾਰ ਮੁੱਲਾ ਕਹਿੰਦਾ ਜੀ ਠੀਕ ਹੈ ਜੀ, ਮੈਂ ਤਾਂ ਵੱਡਿਆਂ ਵੱਡੇ ਭੂਤਾਂ ਪ੍ਰੇਤਾਂ ਨੂੰ ਭਜਾਇਆ। ਉਹਨੇ 5-4 ਕੇਸ ਵੀ ਗਿਣਾ ਦਿੱਤੇ। ਜੋ ਆਪਣੇ ਸੁਲਤਾਨਪੁਰ ਚ ਫਲਾਣਾ ਮਹੱਲਾ ਤੇ ਉਹ ਫਲਾਣੇ ਘਰ ਦੇ ਵਿੱਚ ਬੰਦਾ ਰਹਿੰਦਾ, ਉਹਨੂੰ ਪ੍ਰੇਤ ਸੀ, ਮੈਂ ਉਹਦਾ ਦੂਰ ਕੀਤਾ। ਅਮਕੇ ਦਾ ਦੂਰ ਕੀਤਾ। 5-7 ਕਹਾਣੀਆਂ ਆਪਣੇ ਕੋਲੋਂ ਹੀ ਬਣਾ ਲੈਂਦੇ ਏਦਾਂ ਦੇ ਪਖੰਡੀ। ਇਹਨੇ ਕਾਗਜ਼ ਦੇ ਉੱਤੇ ਜਿਹੜੇ ਇਹਦੇ ਕੋਲ ਟੋਟਕੇ ਸੀ, ਕਲਾਮਾਂ, ਉਹ ਇਹਨੇ ਮੰਤਰ ਜੰਤਰ ਜਿਹੜੇ ਸਨ ਉਹ ਲਿਖ ਲਏ ਤੇ ਲਿਖ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵੱਲ ਗਿਆ। ਜੰਤਰ ਮੰਤਰ ਲੈ ਸੰਗ ਜਹਾਂ ਸੁਖ ਸਾਗਰਾ। ਇਹਨੇ ਜੰਤਰ ਮੰਤਰ ਸਾਰੇ ਲਿਖੇ ਕਾਗਜ਼ਾਂ ਦੇ ਉੱਤੇ, ਲਿਖ ਲਏ ਵੀ ਆਹ ਪੜ੍ਹਨੇ ਨੇ। ਲਿਖ ਕੇ ਲੈ ਲਏ ਜਿੱਥੇ ਸੁੱਖਾਂ ਦੇ ਸਾਗਰ, ਦੇਨ ਦੁਨੀਆ ਦੇ ਮਾਲਕ, ਸਰਬ ਸ਼ਕਤੀਆਂ ਦੇ ਮਾਲਕ, ਆਪ ਨਾਰਾਇਣ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਸਾਹਿਬ ਬੈਠੇ ਨੇ, ਉੱਥੇ ਮੁੱਲਾ ਚੱਲ ਕੇ ਗਿਆ। ਪਰੀ ਰੋਰ ਪੁਰ ਮਾਹੀ ਮੁਲਾਨੇ ਜਾਨ ਕੀ। ਕਹਿੰਦੇ ਨਗਰ ਵਿੱਚ ਰੌਲਾ ਪੈ ਗਿਆ ਵੀ ਮੁੱਲਾ ਨਾਨਕ ਦੇ ਭੂਤ ਕੱਢਣ ਚੱਲਿਆ, ਉਹਨਾਂ ਨੂੰ ਚੰਬੜੇ ਹੋਏ ਭੂਤਣੇ ਦੂਰ ਕਰਨ ਚੱਲਿਆ। ਪਿੰਡ ਦੇ ਵਿੱਚ ਸਾਰੇ ਨਗਰ 'ਚ ਰੌਲਾ ਪੈ ਗਿਆ, ਲੋਕਾਂ ਦੇ ਵਿੱਚ। ਹੋ ਤਾਏ ਨਰ ਦਿਸ਼ ਤਾਹੇ ਜੋ ਕਿਰਪਾ ਨਿਧਾਨ ਕੀ। ਲੋਕ ਜਿਹੜੇ ਸੀ ਨਾ ਉਹ ਭੱਜ ਭੱਜ ਕੇ ਜਾਣ ਨੂੰ ਤਿਆਰ ਹੋਏ, ਦੌੜ ਦੌੜ ਕੇ ਜਾਣ ਲੱਗੇ। ਵੇਖੀਏ ਤਾਂ ਸਹੀ ਵੀ ਕਿਵੇਂ ਭੂਤ ਨਿਕਲਦਾ ਹੈ, ਕਿਵੇਂ ਪ੍ਰੇਤ ਨਿਕਲਦਾ, ਉੱਥੇ ਕਿਵੇਂ ਕਰੇਗਾ ਮੁੱਲਾ। ਉਹ ਲੋਕ ਵੇਖਣ ਲੱਗੇ, ਬੱਚੇ ਜਾਣ ਲੱਗੇ ਤੇ ਉਹਨਾਂ ਦੀਆਂ ਮਾਵਾਂ ਫੜ ਫੜ ਕੇ, ਨਾ ਪੁੱਤਰਾ ਤੂੰ ਨਾ ਜਾਈ, ਉਹ ਭੂਤ ਪ੍ਰੇਤ ਬੱਚਿਆਂ ਤੇ ਵੀ ਆ ਜਾਂਦੇ ਆ ਛੇਤੀ। ਉਹ ਡਰਾ ਡਰਾ ਕੇ ਦਰਵਾਜ਼ੇ ਬੰਦ ਬੰਦ ਕਰ ਕਰ ਰੱਖਦੀਆਂ। ਏਦਾਂ ਲੋਕ ਜਿਹੜੇ ਏਦਾਂ ਦਾ ਤਮਾਸ਼ਾ ਵੇਖਣ ਦੇ ਸ਼ੌਕੀਨ ਹੁੰਦੇ ਆ, ਉਹ ਲੋਕ ਚੱਲ ਕੇ ਵੇਖਣ ਵਾਸਤੇ ਪਹੁੰਚੇ। ਜਾਂ ਏਦਾਂ ਕਹਿ ਸਕਦੇ ਆ ਵੀ ਉਹ ਗਏ ਨੇ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਣੀ ਸੀ, ਜਿਨ੍ਹਾਂ ਤੇ ਸਤਿਗੁਰਾਂ ਨੇ ਆਪਣੀ ਦ੍ਰਿਸ਼ਟੀ ਨਾਲ ਤੱਕਣਾ ਸੀ, ਉਹ ਗਏ। ਨਰਾਜ ਚੰਦ ਪਨੇ ਪੁਮਾਨ ਆਨਨੰ ਅਜਾਨ ਬੈਨਿਆਂ ਬਿਦੇ। ਜਿਹੜੇ ਅਣਜਾਣ ਲੋਕ ਸੀ ਨਾ, ਗੁਰੂ ਸਾਹਿਬ ਦਾ ਭੇਦ ਨਹੀਂ ਸੀ ਜਾਣਦੇ, ਉਹ ਅਣਜਾਣ ਪੁਣੇ ਦੇ ਵਿੱਚ ਏਦਾਂ ਗੱਲਾਂ ਕਰਦੇ ਨੇ। ਕਹਿੰਦੇ ਨੇ ਭਲੋ ਤਮਾਸ਼ ਦੇਖ ਵਿਸ਼ੇਖ ਭੂਤ ਕਾਢ ਦੇ। ਉਹ ਕਹਿੰਦੇ ਚਲੋ ਚਲੋ ਵੀ ਛੇਤੀ ਚੱਲ ਕੇ, ਬੜਾ ਵਧੀਆ ਤਮਾਸ਼ਾ ਹੋਵੇਗਾ, ਉੱਥੇ ਵੇਖਦੇ ਆ ਜਦੋਂ ਭੂਤ ਕੱਢਣਗੇ ਨਾ ਆਪਣੇ ਮੋਦੀ ਨਾਨਕ ਦਾ, ਤੇ ਆਪਾਂ ਉਹ ਤਮਾਸ਼ਾ ਚੱਲ ਕੇ ਵੇਖਾਂਗੇ। ਚਲੇ ਸਚਾਏ ਤਾਏ ਤਾਏ ਆਏ ਬ੍ਰਿੰਦ ਸੋ ਪਏ। ਚਲੇ ਸਚਾਏ, ਸਚਾਏ ਦਾ ਮਤਲਬ ਹੁੰਦਾ ਚਾਅ ਦੇ ਨਾਲ, ਬੜੇ ਚਾਅ ਦੇ ਨਾਲ ਜਾ ਰਹੇ ਨੇ, ਭੱਜ ਭੱਜ ਕੇ ਜਾ ਰਹੇ ਨੇ ਸ਼ਮਸ਼ਾਨ ਵੱਲ। ਨਾ ਭੇਵ ਮੂਲ ਜਾਣਈ ਸੋ ਭੂਲ ਪਰਮ ਮੈਂ ਗਏ। ਇਹ ਸਤਿਗੁਰਾਂ ਦਾ ਭੇਦ ਨਹੀਂ ਜਾਣਦੇ ਤੇ ਭਰਮ ਦੇ ਵਿੱਚ ਪਏ ਹੋਏ, ਭੁਲੇਖੇ ਦੇ ਵਿੱਚ ਪਏ ਹੋਏ, ਭੁੱਲੇ ਹੋਏ ਨੇ। ਲਗੇ ਸਮਾਦ ਸ਼੍ਰੀ ਗੁਰੂ ਮਸਾਨ ਥਾਨ ਰਾਜਹੀ। ਸਤਿਗੁਰੂ ਜੀ ਸ਼ਮਸ਼ਾਨ ਭੂਮੀ 'ਚ ਬੈਠੇ ਐ, ਸਮਾਧੀ ਲੱਗੀ ਹੋਈ ਹੈ, ਨੇਤਰ ਬੰਦ ਨੇ। ਮਹਾਰਾਜ ਜੀ ਆਪਣੇ ਨਿਜ ਰੂਪ ਦੇ ਵਿੱਚ ਟਿਕੇ ਹੋਏ ਨੇ। ਮਨੋ ਪਿਨਾਕ ਪਾਨਿਆਨ ਬੈਸਿਓ ਬਿਰਾਜਈ। ਅਕਸਰ ਕਿਹਾ ਜਾਂਦਾ ਹੈ ਪੁਰਾਣਕ ਮਿੱਥ ਦੇ ਮੁਤਾਬਕ ਕਿ ਸ਼ਮਸ਼ਾਨ ਭੂਮੀ 'ਚ ਸ਼ਿਵ ਜੀ ਬਹਿੰਦਾ ਸਮਾਧੀ ਲਾ ਕੇ,
ਕਹਿੰਦੇ ਉਹਦੀ ਸਮਾਧੀ ਵੀ ਕਿਆ ਕਹੀਏ, ਜਿਹੜੀ ਸਮਾਧੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਲੱਗੀ ਹੋਈ ਆ, ਕਮਾਲ ਦੀ ਸਮਾਧੀ ਹੈ। ਔਰ ਸਮਾਧੀ ਵਿੱਚ ਮਹਾਰਾਜ ਜੀ ਸਥਿਤ ਹੋ ਰਹੇ ਨੇ। ਸਰੀਰ ਹੈ ਅਚਲ ਨੈਣ ਮੂੰਦੀਏ ਅਸੀਨੀਆਂ। ਪਾਤਸ਼ਾਹ ਦਾ ਸਰੀਰ ਬਿਲਕੁਲ ਨਿਸ਼ਕਿਰਿਆ ਤੇ ਅਚਲ ਹੋ ਕੇ ਬੈਠਾ, ਸਰੀਰ 'ਚ ਕੋਈ ਹਿਲਜੁਲ ਨਹੀਂ। ਨੇਤਰ ਮਹਾਰਾਜ ਜੀ ਦੇ ਬੰਦ ਹਨ। ਸਦੀਵ ਦਾਸ ਦੋਖ ਜੇ ਦਲੰਤ ਦੂਰ ਕੀਨੀਆਂ। ਐਸੇ ਸਤਿਗੁਰੂ ਜੀ ਜਿਹੜੇ ਸਦੀਵ ਹੀ ਆਪਣਿਆਂ ਦਾਸਾਂ ਦੇ ਦੁੱਖਾਂ ਨੂੰ ਦਲ ਕੇ ਦੂਰ ਕਰ ਦਿੰਦੇ ਹਨ। ਦੋਹਰਾ ਚੌਂਦਿਸ਼ ਮਾਨਵ ਬ੍ਰਿੰਦ ਪੇ ਹਿਰਦੇ ਬਿਲੋਕਨ ਚਾਓ। ਚਾਰਾਂ ਦਿਸ਼ਾਵਾਂ ਤੋਂ ਸੈਂਕੜੇ ਲੋਕ ਇਕੱਠੇ ਹੋ ਗਏ ਵੇਖਣ ਵਾਸਤੇ, ਜਿਨ੍ਹਾਂ ਨੂੰ ਸਭ ਨੂੰ ਚਾਅ ਆ। ਕਹਿੰਦੇ ਇੱਕ ਤਰ੍ਹਾਂ ਦਾ ਇਹ ਤਮਾਸ਼ਾ ਹੀ ਹੋਣਾ ਤੇ ਅਸੀਂ ਵੇਖਾਂਗੇ। ਲਗੀ ਗੰਭੀਰ ਸਮਾਦ ਗੁਰ ਪੇਖਨ ਸੁਨਨ ਅਪਾਓ। ਸਤਿਗੁਰੂ ਜੀ ਦੀ ਸਮਾਧੀ ਲੱਗੀ ਬੜੀ ਡੂੰਘੀ ਗੰਭੀਰ। ਮਹਾਰਾਜ ਜੀ ਬਾਹਰ ਕੀ ਵਰਤਾਰਾ ਵਰਤ ਰਿਹਾ, ਕੀ ਲੋਕ ਬੋਲ ਰਹੇ ਨੇ, ਕੀ ਕਹਿ ਰਹੇ ਨੇ। ਪਾਤਸ਼ਾਹ ਸਭ ਪਾਸੋਂ ਉਪਰਾਮ ਹੋ ਕੇ ਆਪਣੇ ਹੀ ਨਿਜ ਗੰਭੀਰ ਸਵਰੂਪ ਵਿੱਚ ਆਪਣੀ ਸੁਰਤ ਜੋੜੀ ਬੈਠੇ ਹਨ। ਅੜਿਲ ਮੁੱਲਾ ਬੈਠਿਓ ਨਿਕਟ ਬਿਕਟ ਮੰਤਰਨ ਪਠੇ। ਮੁੱਲਾ ਆ ਕੇ ਕੋਲ ਬਹਿ ਗਿਆ, ਹੱਥ ਵਿੱਚ ਇਹਦੇ ਇੱਕ ਦੇ ਵਿੱਚ ਮੋਰ ਦੇ ਖੰਭਾਂ ਦਾ ਨਾ ਇੱਕ ਮੁੱਠਾ ਜਿਹਾ ਸੀ, ਉਹ ਲੈ ਕੇ ਬਹਿ ਗਿਆ। ਉਹਨੂੰ ਏਦਾਂ ਏਦਾਂ ਹਿਲਾਈ ਜਾਂਦਾ ਤੇ ਮੂੰਹ ਚੋਂ ਮਿਣ ਜੋ ਇਹਦੇ ਆਉਂਦਾ ਸੀ ਉਹ ਕਰੀ ਜਾਂਦਾ ਬੈਠਾ ਬੈਠਾ। ਪੀਰ ਪੂਰ ਤੈ ਥਾਨ ਅਪਰ ਆਵੇਂ ਨਠੇ। ਭੀੜ ਬੜੀ ਹੋ ਗਈ ਉੱਥੇ, ਲੋਕ ਹੋਰ ਪਿੱਛੋਂ ਆਈ ਜਾ ਰਹੇ ਨੇ। ਚਾਰਤ ਮੰਤਰਨ ਸੰਗ ਬਿਲੋਕੇ ਨਰ ਖਰੇ। ਕਹਿੰਦੇ ਝਾੜਾ ਕਰੀ ਜਾਂਦੇ ਆ ਤੇ ਮੰਤਰ ਆਪਣੀ ਮੂੰਹ ਚੋਂ ਕਹਿ ਕੇ ਫੂੰਕਾਂ ਜੀਆਂ ਮਾਰੀ ਜਾਂਦਾ। ਤੋ ਇਸ ਤਰ੍ਹਾਂ ਲੋਕ ਆਲੇ ਦੁਆਲੇ ਖਲੋਤੇ ਜਿਹੜੇ ਨੇ ਉਹ ਵੇਖੀ ਜਾਂਦੇ ਹਨ। ਉਹ ਬੋਹਰੋ ਲਏ ਪਲੀਤਾ ਬਾਤੀ ਬਟ ਕਰੇ। ਉਸ ਵੇਲੇ ਮੁੱਲਾ ਨੇ ਵੇਖਿਆ ਵੀ ਹਾਲੇ ਗੱਲ ਬਣੀ ਨਹੀਂ। ਇਹਦੇ ਕੋਲ ਇੱਕ ਬੱਤੀ ਸੀ, ਉਹ ਵੱਟਣ ਲੱਗ ਪਿਆ। ਉਹ ਅੱਗ ਜੀ ਬਾਲੀ ਤੇ ਇੱਕ ਨਿੱਕਾ ਜਿਹਾ ਮਿੱਟੀ ਦਾ ਕੁੱਜਾ ਸੀ, ਉਹਦੇ 'ਚ ਇਹਨੇ ਥੋੜੇ ਜਿਹੇ ਕੋਲੇ ਰੱਖੇ ਹੋਏ ਤੇ ਅੱਗ ਰੱਖ ਕੇ ਉਹਦੇ ਵਿੱਚ ਥੋੜੀ ਜਿਹੀ ਕੋਈ ਪਾ ਕੇ ਉਹ ਧੂਆਂ ਜਿਹਾ ਉਹਦਾ ਬਣਾ ਲਿਆ। ਪਾਵਕ ਲਾਈ ਤਾਏ ਬਰੀ ਧੂਆਂ ਪਇਓ। ਉਹ ਕਹਿੰਦੇ ਉਹਨੂੰ ਅੱਗ ਲਾ ਦਿੱਤੀ ਤੇ ਇੱਕਦਮ ਧੂਆਂ ਜਿਹਾ ਹੋ ਗਿਆ, ਜਿਵੇਂ ਧੂਫ ਜੀ ਧੁਖਦੀ ਐ। ਲੈ ਕਰ ਮੁੱਲਾ ਹਾਥ ਨਾਸਕਾ ਮੈਂ ਦਿਓ। ਇਹਨੇ ਕੀ ਕੀਤਾ, ਉਹ ਜਿਹੜਾ ਧੂਆਂ ਜਿਹਾ ਧੁਖਦਾ ਸੀ ਮਹਾਰਾਜ ਜੀ ਅਡੋਲ ਬੈਠੇ, ਮਹਾਰਾਜ ਜੀ ਦੀ ਨੱਕ ਦੇ ਕੋਲ ਕਰ ਦਿੱਤਾ। ਉਹ ਧੂਆਂ ਨਾਸਕਾ, ਹੁਣ ਸਵਾਸ ਚੱਲ ਰਹੇ ਨੇ ਸਾਹਿਬ ਦੇ, ਉਹ ਧੂਆਂ ਮਹਾਰਾਜ ਜੀ ਦੇ ਅੰਦਰ ਗਿਆ। ਦਸਵੇਂ ਦੁਆਰੇ ਤੂਮ ਪਹੁੰਚਿਓ ਜਾਏ ਸੋ। ਉਹ ਧੂਆਂ ਦਸਮ ਦੁਆਰ 'ਚ ਪਹੁੰਚਿਆ, ਕਿਉਂਕਿ ਸਤਿਗੁਰੂ ਜੀ ਸਮਾਧੀ 'ਚ ਬੈਠੇ ਆ। ਦਸਮ ਦੁਆਰ ਆਗਮ ਉਪਾਰੇ ਵਾਲੀ ਜਿਹੜੀ ਖੇਡ ਆ ਉਹਦੇ 'ਚ ਬੈਠੇ ਆ। ਉਹ ਧੂਆਂ ਜਦੋਂ ਇਹਨੇ ਨੱਕ ਦੇ ਨੇੜੇ ਕੀਤਾ ਤੇ ਸਤਿਗੁਰੂ ਜੀ ਦੇ ਦਸਮ ਦੁਆਰ ਦੇ ਵਿੱਚ ਉਹ ਧੂਆਂ ਪਹੁੰਚਿਆ। ਹੋ ਡੋਲੀ ਤਬੇ ਸਮਾਦ ਹਿਰਦਾ ਅਕੁਲਾਏ ਸੋ। ਖਾਲਸਾ ਜੀ ਇੱਕ ਇਹੋ ਜਿਹਾ ਟਿਕਾ ਹੁੰਦਾ ਇਸ ਵਕਤ ਕਿ ਜਦੋਂ ਕੋਈ ਆ ਕੇ ਉਸ ਸਮਾਧੀ ਨੂੰ ਤੋੜਦਾ ਹੈ ਨਾ, ਤੇ ਜਿਸ ਦੀ ਉਹ ਸਮਾਧੀ ਟੁੱਟਦੀ ਹੈ ਉਹ ਇਤਨਾ ਵਿਆਕੁਲ ਹੋ ਜਾਂਦਾ ਵੀ ਉਹਦਾ ਚਿੱਤ ਕਰਦਾ ਵੀ ਜਿਹੜਾ ਸਾਹਮਣੇ ਆ ਕੇ ਸਮਾਧੀ ਤੋੜ ਰਿਹਾ ਇਹਨੂੰ ਸਾੜ ਕੇ ਭਸਮ ਕਰ ਦਿਆਂ। ਇਸੇ ਕਰਕੇ ਬੜੇ ਬੜੇ ਤਪੱਸਵੀ ਰਿਸ਼ੀ ਮੁਨੀ ਜਦੋਂ ਉਹਨਾਂ ਦੀ ਸਮਾਧੀ ਕੋਈ ਤੋੜਦਾ ਸੀ ਤਾਂ ਸ਼ਰਾਪ ਦੇ ਦਿੰਦੇ ਸੀ। ਉਹਨਾਂ ਕੋਲ ਬਰਦਾਸ਼ਤ ਨਹੀਂ ਸੀ ਹੁੰਦਾ ਇਹ ਵੀ ਇੱਕਦਮ ਜਿਹੜਾ ਬਣਿਆ ਹੋਇਆ ਟਿਕਾ ਆ ਉਹਨੂੰ ਤੋੜ ਦੇਣਾ, ਉਹਨਾਂ ਕੋਲ ਬਰਦਾਸ਼ਤ ਨਹੀਂ ਸੀ ਹੁੰਦਾ, ਉਹ ਸ਼ਰਾਪ ਦੇ ਦਿੰਦੇ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਵੇਖੋ ਇੱਥੇ ਖੇਡ, ਉਹਨਾਂ ਰਿਸ਼ੀਆਂ, ਉਹਨਾਂ ਤਪਸਵੀਆਂ, ਉਹਨਾਂ ਮੁਨੀਆਂ ਦੀ ਸਮਾਧੀ ਤੋਂ ਕਿਵੇਂ ਗੁਰੂ ਸਾਹਿਬ ਦੀ ਸਮਾਧੀ ਉੱਚੀ ਹੈ, ਵਿਆਕੁਲ ਹੋਏ ਨੇ ਹਿਰਦੇ 'ਚ। ਕਹਿੰਦੇ ਜਦੋਂ ਸਮਾਧੀ ਖੁੱਲੀ ਨਾ, ਮਹਾਰਾਜ ਜੀ ਦੇ ਦਸਮ ਦੁਆਰ 'ਚ ਧੂਆਂ ਪਹੁੰਚਿਆ, ਸਮਾਧੀ ਖੁੱਲੀ, ਮਨ ਵਿਆਕੁਲ ਹੋਇਆ। ਮੁੰਦਰਿਤ ਲੋਚਨ ਚਾਰੂ
ਨਾ ਪਲਕ ਖੁਲਾਨਿਆ। ਮਹਾਰਾਜ ਜੀ ਨੇ ਅੱਖਾਂ ਨਹੀਂ ਖੋਲੀਆਂ, ਪਾਤਸ਼ਾਹ ਦੇ ਸੋਹਣੇ ਨੇਤਰ ਮਹਾਰਾਜ ਜੀ ਨੇ ਬੰਦ ਹੀ ਰੱਖੇ। ਗੁਰਦੇਵ ਨੇ ਸਮਾਧੀ ਖੁੱਲ ਗਈ ਹੈ ਪਰ ਸਤਿਗੁਰੂ ਜੀ ਨੇ ਨੇਤਰ ਨਹੀਂ ਖੋਲੇ। ਅੰਤਰਜਾਮੀ ਸਕਲ ਭੇਵ ਪਹਿਚਾਨਿਆ। ਅੰਤਰਜਾਮੀ ਸਤਿਗੁਰੂ ਜੀ ਨੇ ਸਾਰਾ ਭੇਦ ਸਮਝ ਲਿਆ। ਜੇ ਕੋਈ ਹੋਰ ਤਪਸਵੀ ਹੁੰਦਾ ਮੌਲਵੀ ਨੂੰ ਸ਼ਰਾਪ ਦੇ ਕੇ ਸਾੜ ਕੇ ਸਵਾਹ ਕਰ ਦਿੰਦਾ, ਪਰ ਵੇਖੋ ਮੇਰੇ ਸਤਿਗੁਰਾਂ ਵਿੱਚ ਅਜਰ ਨੂੰ ਜਰਨ ਦੀ ਸ਼ਕਤੀ। ਗੁਰਦੇਵ ਨੇ ਉਤਾਵਲੇ ਹੋ ਕੇ ਕੋਈ ਕੌੜਾ ਸ਼ਬਦ ਨਹੀਂ ਕਿਹਾ ਇਹਨੂੰ ਉਸ ਵਕਤ। ਕਿਵੇਂ ਜਰ ਗਏ ਨੇ ਮਹਾਰਾਜ, ਵੀ ਇੱਕਦਮ ਸਮਾਧੀ ਨੂੰ ਆ ਕੇ ਧੂਆਂ ਨੱਕਾਂ ਦੇ ਕੋਲ ਕਰਕੇ ਸਮਾਧੀ ਤੋੜ ਦੇਣੀ ਕਿਸੇ ਸਾਧਕ ਦੀ। ਉਹਦਾ ਮਨ ਤਾਂ ਵਿਆਕੁਲ ਹੋਣਾ ਹੀ ਸੀ, ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਿਸ਼ੇਸ਼ਤਾ, ਗੁਰਦੇਵ ਨੇਤਰ ਬੰਦ ਨੇ, ਸਮਝ ਗਏ ਵੀ ਇਹ ਵਿਚਾਰੇ ਜੀਵ ਨੇ, ਇਹਨਾਂ ਦੀ ਦਸ਼ਾ ਮਾਨਸਿਕ ਇਦਾਂ ਦੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸਾਰਾ ਭੇਦ ਸਮਝ ਗਏ। ਕਰੁਣਾ ਨਿਧ ਬਿਦ ਲਖੀ ਬੁੱਧ ਇਨ ਹੱਥ ਪਈ। ਕਰੁਣਾ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੀ ਵਿਧ ਸਮਝ ਲਈ ਵੀ ਇਹਨਾਂ ਦੀ ਮੱਤ ਮਾਰੀ ਗਈ ਹੈ। ਇਹ ਮੱਤ ਤੋਂ, ਬੁੱਧੀ ਤੋਂ ਵਿਹੂਣੇ ਨੇ, ਅਕਲ ਤੋਂ ਵਿਹੂਣੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ। ਉਹ ਬੋਲੇ ਬਚਨ ਸੁਨਾਏ ਸੋ ਸਿੱਛਾ ਦਈ ਤਿਨ ਦਈ। ਮਹਾਰਾਜ ਜੀ ਫਿਰ ਇਹਨਾਂ ਨੂੰ ਸੁਣਾ ਕੇ ਬਚਨ ਬੋਲੇ। ਪਹਿਲਾਂ ਨੇਤਰ ਬੰਦ ਹੀ ਨੇ, ਨੇਤਰ ਨਹੀਂ ਖੋਲੇ। ਇਹਨਾਂ ਦੀ ਦਸ਼ਾ ਜਾਣ ਕੇ, ਇਹਨਾਂ ਦੇ ਮਨ ਦੀ ਵਿਰਤੀ ਸਮਝ ਕੇ ਵੀ ਕੈਸੇ ਮੂਰਖ ਨੇ, ਇਹਨਾਂ ਦੀ ਦਸ਼ਾ, ਮੌਲਵੀ ਦੀ ਦਸ਼ਾ ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਆਪਣੇ ਮੁਖੋਂ ਮਹਾਵਾਕ ਉਚਾਰਨ ਕੀਤਾ ਜੋ ਨਿਰੰਕਾਰ ਦੇ ਘਰੋਂ ਆਇਆ ਹੈ। ਸ਼ਲੋਕ ਮਹੱਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਤ੍ਰਿਗ ਹੈ ਤਿਨਾਂ ਦਾ ਜੀਵਿਆ। ਕਹਿੰਦੇ 100 ਵੇਰੀ ਫਿਟੇ ਮੂੰਹ ਕਹੋ ਤੇ ਇੱਕ ਵੇਰੀ ਲਾਹਨਤ ਬਣਦੀ। 100 ਵੇਰੀ ਲਾਹਨਤ ਪਾਓ ਤੇ ਇੱਕ ਤ੍ਰਿਗ ਬਣਦਾ ਹੈ। ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵਣਾ ਹੀ ਤ੍ਰਿਗ ਹੈ ਜਿਹੜੇ ਪਰਮੇਸ਼ਰ ਦਾ ਨਾਮ ਲਿਖ ਲਿਖ ਕੇ ਵੇਚਦੇ ਆ। ਵਪਾਰ ਬਣਾਇਆ ਹੋਇਆ ਜਿਨ੍ਹਾਂ ਨੇ, ਵਪਾਰ ਕਾਗਜ਼ਾਂ ਤੇ ਲਿਆਇਆ ਸੀ ਨਾ ਲਿਖ ਕੇ ਮੰਤਰ ਜੰਤਰ ਜੇ, ਫਿਰ ਉਹਨੂੰ ਬਣਾ ਕੇ ਕਾਗਜ਼ਾਂ ਨੂੰ ਵੱਟ ਕੇ ਫਿਰ ਇੱਕ ਨਿੱਕੀ ਜੀ ਰੱਖ ਬਣਾ ਕੇ ਉਹਦੇ ਚ ਪਾ ਪਾ ਕੇ ਤਵੀਤ ਦੇਣ ਦੀ ਬਿਰਤੀ ਸੀ ਲੋਕਾਂ ਦੀ। ਉਹਦੇ ਬਦਲੇ ਫਿਰ ਲੋਕਾਂ ਕੋਲੋਂ ਪੈਸੇ ਲੈਣੇ। ਇਹ ਕੰਮ ਹੁੰਦਾ ਸੀ ਸਮਾਜ ਵਿੱਚ। ਪਾਤਸ਼ਾਹ ਕਹਿੰਦੇ ਇਹੋ ਜਿਹੇ ਬੰਦਿਆਂ ਦਾ ਜਿਉਣਾ ਹੀ ਤ੍ਰਿਗ ਹੈ ਜਿਹੜੇ ਪਰਮੇਸ਼ਰ ਦੇ ਨਾਂ ਦੇ ਉੱਤੇ, ਅਕਾਲ ਪੁਰਖ ਦੇ ਨਾਂ ਨੂੰ ਲਿਖ ਲਿਖ ਕੇ ਵੇਚਣ ਦੀ ਬਿਰਤੀ ਰੱਖਦੇ, ਵਪਾਰ ਕਰਦੇ ਆ ਲਿਖ ਲਿਖ ਕੇ। ਇਹ ਵਪਾਰ ਬੜਾ ਚੱਲਦਾ ਕਲੀ ਕਾਲ ਦੇ ਸਮੇਂ 'ਚ। ਅੱਜ ਵੀ ਕਿਹੜਾ ਨਹੀਂ ਚੱਲਦਾ। ਅੱਜ ਵੀ ਬੜੇ ਨੇ ਜਿਹੜੇ ਇਦਾਂ ਦੇ ਮੰਤਰ ਤੰਤਰ ਪੜਨ ਵਾਲੇ, ਟੋਟਕੇ ਦੇਣ ਵਾਲੇ। ਉਹ ਇਦਾਂ ਦੀਆਂ ਬਹੁਤ ਜ਼ਿਆਦਾ ਗੁੰਮਰਾਹ ਕਰਨ ਵਾਲੀਆਂ ਪ੍ਰਵਿਰਤੀਆਂ ਵਿੱਚ ਲੋਕਾਂ ਨੂੰ ਪਾਉਂਦੇ ਆ, ਧਕੇਲਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੁਚੇਤ ਕੀਤਾ ਹੈ। 550 ਸਾਲ ਪਹਿਲਾਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਸਾਵਧਾਨ ਕਰ ਦਿੱਤਾ, ਬਈ ਸਾਵਧਾਨ ਹੋਵੋ, ਸੁਚੇਤ ਹੋਵੋ, ਬੜੇ ਮਿਲਣਗੇ ਇਹੋ ਜਿਹੇ, ਬੜੇ ਹੋਣਗੇ ਇਹੋ ਜਿਹੇ ਪਖੰਡੀ ਦੰਭੀ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ ਜੀਵਣਾ ਹੀ ਤ੍ਰਿਗਾ ਇਹੋ ਜਿਹਿਆਂ ਦਾ ਜਿਹੜੇ ਪਰਮੇਸ਼ਰ ਦਾ ਨਾਮ ਲਿਖ ਕੇ ਵੇਚ ਕੇ ਵਪਾਰ ਕਰਦੇ ਆ, ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਆ। ਹਾਂਜੀ। ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ। ਤੇ ਕਹਿੰਦੇ ਜਿਨ੍ਹਾਂ ਦੀ ਆਪਣੀ ਖੇਤੀ ਉਜੜ ਜੇ ਉਹ ਅੱਗੇ ਗਾਣ ਵਿੱਚ ਕੀ ਪਾਉਣਗੇ, ਕੱਢਣਗੇ ਕੀ ਜੇ ਖੇਤ ਹੀ ਉਜੜ ਜੇ, ਪਹਿਲਾਂ ਫਸਲ ਹੀ ਉਜੜ ਜੇ। ਜੇ ਫਸਲ ਉੱਗਣ ਤੋਂ ਪਹਿਲਾਂ ਹੀ, ਪੱਕਣ ਤੋਂ ਪਹਿਲਾਂ ਹੀ ਉਜੜ ਜੇ ਤੇ ਉਹ ਗਾਣ 'ਚ ਪਾ ਕੇ ਉਹਦੇ 'ਚ ਕੀ ਦਾਣੇ ਕੱਢਣਗੇ ਬਈ। ਯਾਨੀ ਕਿ ਜਿਹੜੇ ਇਹੋ ਜਿਹੇ ਪਖੰਡੀ ਹੁੰਦੇ ਆ, ਪਰਮੇਸ਼ਰ ਦਾ ਨਾਮ ਲਿਖ ਲਿਖ ਕੇ ਵੇਚ ਕੇ ਵਪਾਰ ਕਰਦੇ ਆ, ਉਹਨਾਂ ਦੀ ਜਦੋਂ ਆਪਣੀ ਖੇਤੀ ਉਜੜੀ ਹੋਈ ਆ ਤੇ ਉਹ ਕਿਸੇ ਅੱਗੇ ਕਿਸੇ ਦੂਜੇ ਦਾ ਕੀ ਭਲਾ ਕਰਨਗੇ। ਪਹਿਲਾਂ ਆਪਣੀ ਫਸਲ ਹੀ ਕੋਈ ਨਹੀਂ,
ਆਪ ਭੁੱਖੇ ਦੂਜਿਆਂ ਨੂੰ ਕੀ ਰਜਾਣਗੇ। ਉਹਨਾਂ ਦੀ ਹਾਲਤ ਇਹ ਹੋਵੇਗੀ ਜਿਵੇਂ ਕਹਾਵਤ ਹੈ ਨਾ, ਕਹਿੰਦੇ ਚੰਮ ਗਿੱਦੜਾਂ ਦੇ ਆਏ ਪਰਾਉਣੇ, ਜੈਸੇ ਹਮ ਲਟਕੇ ਤੈਸੇ ਤੁਮ ਲਟਕੋ। ਚੰਮ ਗਿੱਦੜ ਲਟਕਦੇ ਆ ਨਾ ਪੁੱਠੇ, ਪਰਾਉਣੇ ਆ ਗਏ ਉਹਨਾਂ ਦੇ ਘਰ, ਉਹ ਕਹਿਣ ਵੀ ਮੰਜਾ ਬਿਸਤਰਾ, ਕਹਿੰਦੇ ਭਾ ਅਸੀਂ ਮੰਜਾ ਬਿਸਤਰਾ ਕਿੱਥੇ, ਆ ਪੁੱਠੇ ਲਟਕ ਕੇ ਟਾਈਮ ਪਾਸ ਕਰਦੇ ਆ, ਜਿਵੇਂ ਅਸੀਂ ਲਟਕੇ ਤਿਵੇਂ ਤੁਸੀਂ ਲਟਕੋ। ਇਹ ਜਿਹੜੇ ਪਖੰਡੀ ਹੁੰਦੇ, ਦੰਭੀ ਏਦਾਂ ਦੇ ਹੁੰਦੇ। ਮਹਾਰਾਜ ਜੀ ਕਹਿੰਦੇ ਜਿਹੜੇ ਆਪ ਭੁੱਖੇ ਨੇ ਉਹ ਤੁਹਾਨੂੰ ਕਿੱਥੋਂ ਰਜਾਉਣਗੇ। ਜਿਨ੍ਹਾਂ ਦੀਆਂ ਆਪਣੀਆਂ ਫਸਲਾਂ ਤਬਾਹ ਨੇ, ਆਪਣੀਆਂ ਫਸਲਾਂ ਉਜੜੀਆਂ ਹੋਈਆਂ ਨੇ, ਉਹ ਅੱਗੇ ਗਾਹਣ ਚ ਪਾ ਕੇ ਤੁਹਾਨੂੰ ਕੀ ਦੇਣਗੇ, ਕੀ ਹਾਸਲ ਹੋਵੇਗਾ ਤੁਹਾਨੂੰ ਉਹਨਾਂ ਕੋਲੋਂ। ਪਾਤਸ਼ਾਹ ਕਹਿੰਦੇ ਉਸ ਦਾਤੇ ਕੋਲੋਂ ਮੰਗੀਏ ਜਿਸ ਦਾਤੇ ਦੇ ਘਰ ਵਿੱਚ ਸਭ ਕੁਝ ਹੋਵੇ, ਔਰ ਜਿੱਥੇ ਜਾ ਕੇ ਮੰਗਿਆ ਸਭ ਕੁਝ ਮਿਲ ਜਾਂਦਾ ਹੋਵੇ, ਉਸ ਦਾਤੇ ਕੋਲੋਂ ਮੰਗੀਏ। ਜਿਹੜੇ ਆਪ ਇਹ ਭੁੱਖੇ ਨੇ, ਤੁਹਾਡੇ ਦਿੱਤੇ ਪੈਸਿਆਂ ਤੇ ਪਲਣ ਵਾਲੇ ਨੇ, ਤੁਹਾਨੂੰ ਕੀ ਦੇਣਗੇ, ਇਹ ਕੀ ਭਲਾ ਤੁਹਾਡਾ ਸਵਾਰਨਗੇ। 72 ਘੰਟਿਆਂ ਵਿੱਚ ਅਸੀਂ ਸਮਾਧਾਨ ਕਰਾਂਗੇ, ਤੁਹਾਡੇ ਤੇ ਕੀਤਾ ਕਰਾਇਆ ਇਹ ਉਹ ਦੂਜਾ ਤੀਜਾ ਕਹਿ ਕਵਾ ਕੇ। ਆ ਕਥਾ ਚੱਲਦੀ ਆ ਨਾ ਸੋਸ਼ਲ ਮੀਡੀਆ ਤੇ ਵੀ ਲਾਈਵ, ਤੇ ਕਈ ਵਾਰੀ ਇਹਦੇ ਚ ਕਈਆਂ ਨੇ ਕਮੈਂਟ ਪਾਏ ਹੁੰਦੇ ਇਹੋ ਜਿਹੇ ਪਖੰਡੀਆਂ ਨੇ। ਦਰਬਾਰ ਸਾਹਿਬ ਤੋਂ ਕੀਰਤਨ ਲਾਈਵ ਆ ਰਿਹਾ ਹੁੰਦਾ ਤੇ ਥੱਲੇ ਕਮੈਂਟ ਪਾਇਆ ਹੁੰਦਾ, ਫਲਾਣਾ ਬਾਬਾ ਜੀ ਮਿਲੋ ਜੀ, ਵਸੀਕਾਰ ਕਰਨਾ ਜੀ, ਇਹ ਕਰਨਾ। ਖਰੇ ਕੀ ਕੀ ਲਿਖਦੇ ਆ ਉਹ। ਕਈ ਹੁੰਦੇ ਆ ਫਿਰ ਸਿੰਘ ਜਿਹੜੇ ਅੱਗੋਂ ਸਵਾਲ ਜਵਾਬ ਕਰਦੇ, ਉਹ ਕਹਿੰਦੇ ਤੁਸੀਂ ਇੰਨਾ ਕੁਝ ਵਸ ਕਰੀ ਫਿਰਦੇ ਹੋ, ਆ ਕਿੰਨਾ ਕੁਝ ਹੋ ਰਿਹਾ ਸਮਾਜ 'ਚ, ਗਲਤ ਇਹ ਹੀ ਵਸ ਕਰ ਛੱਡੋ। ਫਿਰ ਉਹਨਾਂ ਦਾ ਕੋਈ ਜਵਾਬ ਨਹੀਂ। ਇਹ ਕੇਵਲ ਆਸਥਾ ਦੇ ਨਾਂ ਤੇ, ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਦੇ। ਦੁਖੀ ਦੁਨੀਆ ਬਹੁਤ ਹੈ, ਤੇ ਦੁਖੀ ਭਰੀ ਦੁਨੀਆ ਜਿਹੜੀ ਆ ਉਹਨੂੰ ਕਿਸੇ ਵੀ ਪ੍ਰਕਾਰ ਨਾਲ ਗੁੰਮਰਾਹ ਕੀਤਾ। ਹਾਂ ਵੀ ਤੇਰਾ ਦੁੱਖ ਦੂਰ ਕਰ ਦਿਆਂਗੇ, ਆਹ ਕੰਮ ਕਰ ਲੈ, ਆਹ ਫਲਾਣੀ ਥਾਂ ਤੇ ਚੱਲੀਏ, ਝੱਟ ਲੋਕ ਤਿਆਰ ਹੋ ਜਾਂਦੇ ਆ। ਦੁਖੀ ਡੁੱਬਦਾ ਕੀ ਨਹੀਂ ਕਰਦਾ, ਉਸ ਪਾਸੇ ਟੁਰ ਪੈਂਦੇ ਆ, ਭੈੜਿਆਂ ਰਾਹਾਂ ਤੇ ਚੱਲ ਪੈਂਦੇ ਆ। ਖਾਲਸਾ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਹੋ ਜਿਹੀਆਂ ਪਖੰਡੀਆਂ ਤੋਂ ਬਚਾਉਂਦੇ ਆ, ਦੰਭੀਆਂ ਤੋਂ ਬਚਾਉਂਦੇ ਆ। ਗੁਰੂ ਕਾ ਸਿੱਖ ਕੇਵਲ ਆਪਣੇ ਗੁਰੂ ਦਾ ਨਿਸ਼ਚਾ ਤੇ ਗੁਰੂ ਦਾ ਭਰੋਸਾ ਰੱਖਦਾ ਹੈ। ਮਹਾਂਪੁਰਸ਼ ਕਹਿੰਦੇ ਜਿਹਦੀ ਗੁਰੂ ਨਾਨਕ ਦੇ ਘਰੋਂ ਪੂਰੀ ਨਹੀਂ ਪਈ, ਉਹਦੀ ਦੁਨੀਆ 'ਚ ਕਿਤੇ ਪੂਰੀ ਨਹੀਂ ਪੈ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਸਾਰੀਆਂ ਬਰਕਤਾਂ ਨੇ। ਮਹਾਰਾਜ ਕਹਿੰਦੇ ਇਹੋ ਜਿਹੇ ਪਖੰਡੀ ਜਿਹੜੇ ਪਰਮੇਸ਼ਰ ਦਾ ਨਾਮ ਲਿਖ ਲਿਖ ਵੇਚਦੇ ਐ, ਉਹਨਾਂ ਦਾ ਜੀਵਣਾ ਧ੍ਰਿਗ ਹੈ। ਉਹਨਾਂ ਨੇ ਆਪਣੀ ਖੇਤੀ ਉਜਾੜੀ ਹੋਈ ਹੈ। ਜੇ ਆਪ ਹੀ ਉਹਨਾਂ ਦੇ ਖੇਤ ਉਜੜੇ ਹੋਏ ਨੇ, ਉਹ ਕਿਸੇ ਦੂਜੇ ਦਾ ਕੀ ਸਵਾਰਨਗੇ, ਕੀ ਗਾਹਣ ਚ ਪਾ ਕੇ ਕੀ ਦਾਣੇ ਕੱਢਣਗੇ। ਦੋਹਰਾ ਸੁਨ ਕਰ ਮਾਨਵ ਤਿਤ ਸਮੇਂ, ਪਰਿਰੋਰ ਤੈ ਥਾਏ। ਥੱਲੇ ਕਈ ਲਿਖਤੀ ਨੁਸਖਿਆਂ ਵਿੱਚ ਏਦਾਂ ਵੀ ਲਿਖਿਆ ਆਇਆ, ਇੱਥੇ ਭੂਤ ਪ੍ਰੇਤ ਕੇ ਮੰਤਰ ਲਿਖ, ਬਾਦ ਜਨਮ ਕੋ ਖੋਏ, ਜਾਹੇ ਮੂੜ ਦੋਜਕ ਵਿਖੈ, ਤਹੈ ਸਹਾਏ ਨਾ ਕੋਏ। ਜਿਹੜੇ ਭੂਤਾਂ ਪ੍ਰੇਤਾਂ ਦੇ ਮੰਤਰ ਲਿਖ ਕੇ ਵੀ ਆਹ ਮੰਤਰ ਲਿਖ ਕੇ ਅਸੀਂ ਦੇਣ ਲੱਗੇ, ਇਹਦੇ ਬਦਲੇ ਇੰਨੇ ਪੈਸੇ ਦਿਓ। ਕਹਿੰਦੇ ਭੂਤਾਂ ਪ੍ਰੇਤਾਂ ਨੂੰ ਵਸ ਕਰਨ ਦੇ ਮੰਤਰ ਲਿਖ ਕੇ ਦੇਣ ਵਾਲੇ ਜਿਹੜੇ ਲੋਕ ਨੇ, ਉਹ ਆਪਣਾ ਜਨਮ ਵਿਅਰਥ ਗਵਾ ਲੈਂਦੇ ਆ। ਭੂਤ ਪ੍ਰੇਤ ਕੇ ਮੰਤਰ ਲਿਖ, ਬਾਦ ਜਨਮ ਕੋ ਖੋਏ, ਆਪਣਾ ਜਨਮ ਜਾਈ ਗਵਾ ਲੈਂਦੇ ਨੇ। ਜਾਹੇ ਮੂੜ ਦੋਜਕ ਵਿਖੈ, ਫਿਰ ਉਹ ਨਰਕਾਂ ਵਿੱਚ ਜਾਂਦੇ ਨੇ। ਦੋਜਕ ਵਿਖੈ ਤਾਹੇ ਸਹਾਏ ਨਾ ਕੋਏ, ਨਰਕਾਂ ਦੀ ਅੱਗ ਵਿੱਚ ਪਿਆਂ ਦੀ ਫਿਰ ਕੋਈ ਸਹਾਇਤਾ ਨਹੀਂ ਕਰਦਾ ਇਹੋ ਜਿਹਿਆਂ ਦੀ। ਉਹਨਾਂ ਨੂੰ ਵੀ ਜਮਰਾਜ ਧਰਮ ਰਾਜਾ ਭਿਆਨਕ ਤਾੜਨਾ ਕਰਦਾ ਕਿ ਤੁਸੀਂ ਲੋਕਾਂ ਦੇ ਗਲ ਵੱਢ ਵੱਢ ਖਾਂਦੇ ਰਹੇ ਹੋ। ਹਾਂਜੀ। ਦੋਹਰਾ ਸੁਨ ਕਰ ਮਾਨਵ ਤਿਤ ਸਮੇਂ, ਪਰਿਰੋਰ ਤੈ ਥਾਏ। ਜਦੋਂ ਸਤਿਗੁਰਾਂ ਨੇ ਸ਼ਬਦ ਉਚਾਰਿਆ ਨਾ, ਨੇਤਰ ਬੰਦ ਹੀ ਨੇ,
ਪਾਤਸ਼ਾਹ ਨੇ ਬਚਨ ਉਚਾਰੇ, ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹਨਾਓ। ਲਾਗੇ ਜਿਹੜੇ ਲੋਕ ਖੜੇ ਸੀ, ਇੱਕਦਮ ਉਹਨਾਂ ਚ ਰੌਲਾ ਪੈ ਗਿਆ। ਕਹਿਤ ਪਰਸ ਪਰ ਭੂਤ ਨਾ ਬੋਲਿਓ, ਹੋਵੇ ਦੁੱਖ ਪਾਏ। ਆਪਸ ਚ ਗੱਲਾਂ ਕਹਿੰਦੇ, ਉਹ ਬੋਲ ਪਿਆ ਭੂਤ, ਦੁੱਖ ਪਾ ਕੇ ਬੋਲ ਪਿਆ, ਬੋਲ ਪਿਆ, ਬੋਲ ਪਿਆ। ਵੇਖੋ ਜੀ ਭੂਤ ਬੋਲ ਪਿਆ। ਕਹਿੰਦੇ ਦੁੱਖ ਪਾਇਆ ਅੰਦਰ ਭੂਤ, ਵੇਖੋ ਕਿੰਨੇ ਦਿਨਾਂ ਤੋਂ ਏਦਾਂ ਬਿਠਾਇਆ ਹੋਇਆ ਸੀ, ਬੋਲੇ ਹੀ ਨਹੀਂ ਨਾਨਕ ਜੀ। ਕਹਿੰਦੇ ਵੇਖੋ ਹੁਣ ਧੂਆਂ ਬਣਿਆ ਨਾ, ਮੌਲਵੀ ਨੇ ਮੰਤਰ ਤੰਤਰ ਪੜ੍ਹੇ ਆ ਤੇ ਭੂਤ ਨੂੰ ਅੰਦਰੋਂ ਦੁੱਖ ਹੋਇਆ ਤੇ ਉਹ ਭੂਤ ਹੁਣ ਬੋਲ ਪਿਆ। ਏਦਾਂ ਲੋਕ ਬੋਲਣ ਲੱਗ ਪਏ ਮੂਰਖ। ਅੜਿਲ ਜਬ ਕੋ ਭੂਤ ਪ੍ਰਵੇਸ਼ਿਓ ਏ ਘਟ ਅੰਤਰੇ। ਕਹਿੰਦੇ ਜਦੋਂ ਦਾ ਭੂਤ ਇਹਦੇ ਸਰੀਰ ਦੇ ਵਿੱਚ ਵੜਿਆ ਹੋਇਆ ਸੀ, ਤਬ ਕੀ ਕਾਰ ਨਾ ਕਰੀ ਸੋ ਤਜੀ ਨਿਰੰਤਰੇ। ਉਦੋਂ ਦਾ ਇਹਨੇ ਕੰਮ ਨਹੀਂ ਕੀਤਾ, ਮੋਦੀ ਖਾਨੇ ਦਾ ਛੱਡ ਕੇ ਇੱਥੇ ਬੈਠਾ। ਦਰਬ ਲੁਟਾਇਓ ਬਾਦ ਕਛੂ ਸੁਧ ਨਹਿ ਰਹੀ। ਇਹਨੇ ਸਾਰਾ ਧਨ ਲੁਟਾ ਦਿੱਤਾ ਵਿਅਰਥ, ਇਹਨੂੰ ਕੋਈ ਸੋਝੀ ਨਹੀਂ ਰਹੀ। ਹੋ ਦਿਓ ਪਲੀਤਾ ਅਬੇ ਬੁਲਾਇਓ ਇਨ ਸਹੀ। ਕਹਿੰਦੇ ਨੱਕਾਂ ਵਿੱਚ ਹੁਣ ਪਲੀਤਾ ਦਿੱਤਾ ਮੌਲਵੀ ਨੇ, ਧੂਆਂ ਦਿੱਤਾ ਤੇ ਹੁਣ ਇਹਨਾਂ ਨੂੰ ਬੁਲਾਇਆ। ਹੁਣ ਨਿਕਲਣਗੇ ਅਸਲੀ ਮਸਲੇ ਬਾਹਰ। ਹੁਣ ਕੀ ਇਹ ਭੂਤ ਚਾਹੁੰਦਾ, ਇਹ ਕੀ ਬੋਲੇਗਾ, ਕੀ ਕਹੇਗਾ। ਕਹਿੰਦੇ ਹੁਣ ਪਤਾ ਲੱਗੇਗਾ। ਸੁਨ ਕਰ ਮੁੱਲਾ ਮੂਡ ਨਾ ਲਖੇ ਅਯਾਨੀਆਂ। ਉਹ ਜਿਹੜਾ ਬੇਵਕੂਫ ਮੁੱਲਾ ਬੈਠਾ ਸੀ ਸਾਹਮਣੇ, ਮੂਰਖ ਨੂੰ ਸਮਝ ਨਹੀਂ ਆਈ, ਅਯਾਣੇ ਨੂੰ, ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀ ਸ਼ਬਦ ਉਚਾਰਿਆ। ਪਾਤਸ਼ਾਹ ਤਾਂ ਕਹਿ ਰਿਹਾ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹਨਾਓ, ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਉ। ਤਾਂ ਇਹ ਕਿਪੇ ਕਹਿੰਦੇ ਐ ਤੇ ਮੌਲਵੀ ਨੂੰ, ਬੇਵਕੂਫ ਨੂੰ, ਕੋਲ ਬੈਠੇ ਨੂੰ ਸਮਝ ਨਹੀਂ ਆਈ। ਬੋਲਿਓ ਇਸ ਮੈਂ ਭੂਤ ਹਿਰਦੇ ਪਹਿਚਾਨੀਆਂ। ਕੋਲੋਂ ਬੋਲਦਾ ਕਹਿੰਦਾ ਹਾਂ ਹਾਂ ਮੈਂ ਸਮਝ ਲਿਆ ਇਹਦੇ ਅੰਦਰ ਭੂਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠਾ ਮੌਲਵੀ ਕਹਿੰਦਾ ਹਾਂ ਹਾਂ ਮੈਂ ਸਮਝ ਲਿਆ ਇਹਦੇ ਵਿੱਚ ਭੂਤ ਹੈ। ਬੂਝਤ ਨਾਉ ਬਤਾਓ ਰਹੇ ਕੈ ਥਾਉ ਮੈਂ। ਤੇ ਪੁੱਛਦਾ ਮੌਲਵੀ, ਕਹਿੰਦਾ ਦੱਸੋ ਤੂੰ ਕੌਣ ਹੈ, ਕਿੱਥੋਂ ਆਇਆ। ਜਿਵੇਂ ਕਰਦੇ ਹੁੰਦੇ ਪਖੰਡੀ, ਦੱਸੋ ਤੂੰ ਕੌਣ ਹੈ, ਕਿੱਥੋਂ ਆਇਆ, ਕੀ ਨਾਂ ਆ ਤੇਰਾ। ਏਦਾਂ ਪੁੱਛਦੇ ਐ। ਹੋ ਨਾ ਤੁਰ ਫੂਕੋ ਤੋਏ ਅਗਨ ਕੋ ਲਾਓ ਮੈਂ। ਨਹੀਂ ਤਾਂ ਮੈਂ ਤੈਨੂੰ ਅੱਗ ਲਾ ਕੇ ਫੂਕ ਦਿਆਂਗਾ, ਦੱਸ ਤੂੰ ਕੌਣ ਹੈ। ਹਾਲੇ ਤੇ ਕਹਿੰਦਾ ਧੂਆਂ ਹੀ ਦਿੱਤਾ। ਕਹਿੰਦਾ ਦੱਸ ਸਹੀ ਸਹੀ ਤੇਰਾ ਨਾਂ ਕੀ ਆ, ਕਿੱਥੋਂ ਆਇਆ, ਕਿੱਥੇ ਰਹਿਣ ਵਾਲਾ, ਕੀ ਲੈਣਾ ਚਾਹੁੰਦਾ ਇਹਨਾਂ ਕੋਲੋਂ, ਇਹ ਨਾਨਕ ਜੀ ਕੋਲੋਂ ਕੀ ਲੈਣਾ ਚਾਹੁੰਦਾ ਤੂੰ। ਏਦਾਂ ਮੌਲਵੀ ਕੋਲ ਬੈਠਾ ਕਹਿੰਦਾ ਦੱਸ ਦੇ ਨਹੀਂ ਤਾਂ ਤੈਨੂੰ ਫੂਕ ਦਿਆਂਗਾ। ਦੀਜੇ ਸਾਚ ਬਤਾਏ ਬਚਿਓ ਜੇ ਚਾਹੇ ਤਾਂ। ਸੱਚੋ ਸੱਚ ਦੱਸ ਦੇ ਜੇ ਬਚਣਾ ਚਾਹੁੰਦਾ, ਵੀ ਜੇ ਬਚਿਆ ਹੁੰਦਾ ਤੇ ਤੇਰੇ ਵਾਂਗੂ ਸਰੀਰ 'ਚ ਨਾ ਬੈਠਾ ਹੁੰਦਾ, ਮਰ ਤਾਂ ਪਹਿਲਾਂ ਹੀ ਗਿਆ ਉਹ। ਕਹਿੰਦਾ ਸੱਚੋ ਸੱਚ ਦੱਸ ਜੇ ਤਾਂ ਬਚਣਾ ਚਾਹੁੰਦਾ ਹੈ। ਨਹੀਂ ਤਾਂ ਦੇਵੋਂ ਦੁੱਖ ਤੋਏ ਬਨ ਮਾਹੇ ਦਾਹਿਤਾ। ਕਹਿੰਦਾ ਨਹੀਂ ਤਾਂ ਮੈਂ ਤੈਨੂੰ ਦੁੱਖ ਦੇਵਾਂਗਾ, ਅੱਗ ਦੇ ਵਿੱਚ ਸਾੜਾਂਗਾ। ਸੁਨ ਸ਼੍ਰੀ ਨਾਨਕ ਬੈਨ ਨੈਣ ਪਲਕਾਂ ਖੁੱਲੀ। ਮਹਾਰਾਜ ਜੀ ਸੁਣ ਕੇ ਨਾ ਇਹਦੀਆਂ ਗੱਲਾਂ ਹੱਸ ਪਏ। ਧੰਨ ਗੁਰੂ ਨਾਨਕ ਸਾਹਿਬ ਮੁਸਕਰਾ ਪਏ। ਪਾਤਸ਼ਾਹ ਨੇ ਪਹਿਲਾਂ ਨੇਤਰ ਬੰਦ ਕੀਤੇ, ਮਹਾਰਾਜ ਜੀ ਅੱਖਾਂ ਖੋਲ ਕੇ ਵੇਖਦੇ ਵੀ ਕਿਹੜੀ ਚੀਜ਼ ਹੈ ਸਾਹਮਣੇ, ਇਹ ਕੌਣ ਆਇਆ ਹੋਇਆ। ਗਰੀਬ ਨਵਾਜ ਪਾਤਸ਼ਾਹ ਜੀ ਨੇ ਮੌਲਵੀ ਵੱਲੇ ਤੱਕਿਆ। ਹੋ ਬੋਲੇ ਸ਼ਬਦ ਉਠਾਏ ਦੇਨ ਤਿਨ ਮਤ ਭਲੀ। ਮਹਾਰਾਜ ਮੁਸਕਰਾਏ ਤੇ ਇਹਨਾਂ ਨੂੰ ਅਕਲ ਦੇਣ ਵਾਸਤੇ ਪਾਤਸ਼ਾਹ ਆਪਣੇ ਮੁਖੋਂ ਸ਼ਬਦ ਉਚਾਰਨ ਕੀਤਾ। ਮਾਰੂ ਰਾਗ ਦਾ ਸ਼ਬਦ ਹੈ। ਕੋਈ ਆਖੈ ਭੂਤਨਾ ਕੋ ਕਹਿ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸਾਹਕਾ। ਨਾਨਕ ਬਉਰਾਨਾ ਹੋ ਹਰ ਬਿਨ ਅਵਰ ਨਾ ਜਾਨਾ। ਇਹ ਪਾਵਨ ਸ਼ਬਦ ਉਚਾਰ ਕੇ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮੱਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਕੱਲ 22 ਤਰੀਕ ਨੂੰ ਸਵੇਰੇ
10 ਵਜੇ ਤੋਂ 11 ਵਜੇ ਤੱਕ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੰਗਤੀ ਰੂਪ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਦੀਵਾਨ ਹਾਲ ਅੰਦਰ ਜਪਜੀ ਸਾਹਿਬ ਦੇ ਪਾਠ ਔਰ ਚੌਪਈ ਸਾਹਿਬ ਦੇ ਪਾਠ ਹੋਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਕੱਲ 10 ਤੋਂ 11 ਵਜੇ ਤੱਕ 1 ਘੰਟੇ ਦਾ ਸਮਾਗਮ ਹੈ, ਉਹਦੇ 'ਚ ਹਾਜ਼ਰੀਆਂ ਭਰ ਕੇ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰੋ। ਦੂਸਰੀ ਬੇਨਤੀ ਹੈ ਕਿ ਕੱਲ੍ਹ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਸੰਤ ਕਾਲੀ ਕੰਬਲੀ ਵਾਲੇ ਉਹਨਾਂ ਵੱਲੋਂ ਜੋ ਹਰ ਸਾਲ ਨਗਰ ਕੀਰਤਨ ਆਰੰਭ ਕਰਕੇ ਸ਼ਹਿਰ ਦੇ ਬਾਜ਼ਾਰਾਂ 'ਚੋਂ ਲਿਆ ਕੇ ਬਿਸ਼ਨ ਨਗਰ ਵਿਖੇ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ 10 ਵਜੇ ਨਗਰ ਕੀਰਤਨ ਆਰੰਭ ਹੋਣਗੇ। ਜਿਹੜੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਸਕਦੇ ਆ, ਨਗਰ ਕੀਰਤਨ ਵਿੱਚ ਵੀ ਹਾਜ਼ਰੀਆਂ ਭਰ ਕੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਚੇਤਨਾ ਮਾਰਚ ਹੈ, ਇਸ ਚੇਤਨਾ ਮਾਰਚ ਵਿੱਚ ਸ਼ਮੂਲੀਅਤ ਕਰਕੇ ਸਾਹਿਬਜ਼ਾਦਿਆਂ ਦੀ ਖੁਸ਼ੀ ਪ੍ਰਾਪਤ ਕਰੋ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ